ਤੇਰਾ ਵੀਰ ਮਰ ਗਿਆ, ਪਰ ਭੈਣ ਨੂੰ ਪਤਾ ਸੀ ਉਹ ਤੇ ਮਰਿਆ ਨੂੰ ਵੀ ਜਿਉਂਦਾ ਕਰਨ ਵਾਸਤੇ ਆਇਆ। ਤੁਸੀਂ ਕਿਹਨੂੰ ਮਾਰੀ? ਮਰਿਆ ਨਹੀਂ, ਉਹ ਜਿਉਂਦਾ ਕਰਨ ਵਾਸਤੇ ਆਇਆ ਹੈ। ਉਹਨਾਂ ਵਿੱਚ ਰੂਹ ਪਾ ਦੇਵੇਗਾ, ਉਹਨਾਂ ਦੇ ਵਿੱਚ ਜਿੰਦ ਪਾ ਦੇਵੇਗਾ ਜਿਨ੍ਹਾਂ 'ਚ ਹੈ ਹੀ ਨਹੀਂ। ਇਹੋ ਜਿਹਾ ਕਲਿਆਣਕਾਰੀ ਹੈ ਮੇਰਾ। ਇਹ ਰਿਸ਼ਤਾ ਅਥਾਹ ਸੀ, ਇਹ ਪ੍ਰੇਮ ਅੰਦਰੋਂ ਰਿਸ਼ਤਾ ਹੈ, ਬਾਹਰੀ ਤੌਰ 'ਤੇ ਨਹੀਂ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਭਾਈ ਮਰਦਾਨੇ ਦਾ ਸਾਥ ਜੁੜਿਆ, ਅਥਾਹ ਪ੍ਰੇਮ ਕੀਤਾ, ਅਥਾਹ ਪ੍ਰੇਮ। ਮੇਰਾ ਦਾਤਾ ਜਿੱਥੇ ਗਿਆ ਭਾਈ ਮਰਦਾਨਾ ਨਾਲ ਹੀ ਗਿਆ, ਤੇ ਜੇ ਕਿਤੇ ਝਿੜਕਾਂ ਵੀ ਜੜਨੀਆਂ ਪਈਆਂ ਤੇ ਆਪਣੇ ਉੱਪਰ ਜਰ ਲਈਆਂ ਉਹਨੇ। ਬਹਾਨਾ ਵੀ ਕਿਹੜਾ ਭਾਈ ਮਰਦਾਨੇ ਦਾ ਹੀ ਲੱਭਦਾ ਸੀ। ਕਿਸੇ ਨੂੰ ਭੁੱਖ ਲੱਗ ਗਈ, ਪਿਆਸ ਲੱਗ ਗਈ, ਹੁੰਦਾ ਸੀ ਕਿਸੇ ਦਾ ਕਲਿਆਣ ਕਰਨਾ, ਕਿਸੇ ਨੂੰ ਤਾਰਨਾ, ਜਾਂ ਟੇਢੇ ਰਸਤੇ ਜਾਂਦਾ ਉਹਨੂੰ ਸਿੱਧੇ ਰਸਤੇ 'ਤੇ ਲਿਆਉਣਾ। ਬਹਾਨਾ ਵੀ ਆਪਣੇ ਯਾਰ ਦਾ ਬਣਾ ਲਿਆ, ਭਾਈ ਦਾ ਬਣਾ ਲਿਆ। ਬੜਾ ਉਹਨਾਂ ਨੇ ਅਥਾਹ ਪ੍ਰੇਮ। ਤਾਈਓ ਅਸੀਂ ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਨਹੀਂ। ਜੇ ਉਹਦਾ ਅਸੀਂ ਸਤਿਕਾਰ ਘੱਟ ਕਰ ਸਕਦੇ ਗੁਰੂ ਨਾਨਕ ਸਾਹਿਬ ਤੋਂ, ਬੜਾ ਸਤਿਕਾਰ ਹੈ ਉਹਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭੈਣ ਨਾਨਕੀ ਦੇ ਕੋਲ ਪ੍ਰਸ਼ਾਦਾ ਪਾਣੀ ਛਕਿਆ, ਔਰ ਭੈਣ ਜੀ ਨੇ ਕਹਿ ਦਿੱਤਾ ਭਾਈ ਮਰਦਾਨੇ ਨੂੰ ਕਿ ਜਾਓ ਰਬਾਬ ਲੈ ਕੇ ਆਓ। ਨਗਰ ਵੀ ਦੱਸ ਦਿੱਤਾ ਸਾਰਾ ਕੁਝ, ਜੋ ਪ੍ਰੋਗਰਾਮ ਬਣਿਆ। ਔਰ ਇਹ ਗੱਲ ਕਹੀ, ਕਹਿੰਦੇ ਕਿ ਕੋਈ ਕਿਰਸ ਨਾ ਕਰੀ, ਇਹ ਨਾ ਕਵੀ ਵੀ ਆਹ ਰਬਾਬ ਚਾਹੀਦੀ ਹੈ ਤੇ ਇਹਦਾ ਮੁੱਲ ਜ਼ਿਆਦਾ, ਸ਼ਾਇਦ ਆ ਥੋੜ੍ਹੇ ਮੁੱਲ ਵਾਲੀ ਲੈ ਕੇ ਆਵਾਂ। ਸਰਫਾ ਨਹੀਂ ਕਰਨਾ, ਜਿਹੜੀ ਵਧੀਆ ਹੋਵੇ ਉਹ ਲੈ ਕੇ ਆਉਣੀ ਚੀਜ਼ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਨਿੰਨ ਸੇਵਕ ਭਾਈ ਮਰਦਾਨਾ ਜੀ ਰਬਾਬ ਲੈਣ ਵਾਸਤੇ ਚਲੇ ਗਏ। ਬਾਅਦ ਵਿੱਚ ਭਾਈ ਬਾਲਾ ਜੀ, ਜੋ ਕਿ ਇਤਿਹਾਸ ਵਗੈਰਾ ਦੱਸਦੇ ਨੇ, ਇਹਨਾਂ ਨੇ ਬਾਅਦ ਵਿੱਚ ਹੱਥ ਜੋੜ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਤਿਹਾਸ ਤੋਂ ਜਿਵੇਂ ਜਾਣੂ ਕਰਵਾਇਆ। ਆਓ ਅਗਲੇਰੇ ਇਤਿਹਾਸ ਦੇ ਨਾਲ ਸਾਂਝ ਪਾਈਏ। ਸਭ ਸੰਗਤਾਂ ਪਿਆਰ ਵਿੱਚ ਆਓ, ਆਖੋ ਜੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਸੁਨ ਮਰਦਾਨੇ ਕੀਓ ਪਿਆਨਾ, ਲੈਨ ਰਬਾਬੈ ਤੂੰ। ਰਬਾਬ ਲੈਣ ਵਾਸਤੇ ਭਾਈ ਮਰਦਾਨਾ ਜੀ ਨੇ ਚਾਲੇ ਪਾਏ ਹਨ। ਮੈਂ ਪੁਨ ਹਾਥ ਬੰਦ ਕਰ ਬੋਲਿਓ, ਸ੍ਰੀ ਬੇਦੀ ਕੁਲ ਕੇ ਤੂੰ। ਬੇਦੀ ਕੁਲ ਦੇ ਧਵਜ ਤੁਜਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਮੈਂ ਅਰਦਾਸ ਕੀਤੀ ਹੈ। ਤੁਮਨ ਦੇਸ ਕੋ ਪਾਏ ਅਬੈ ਹੋ ਜਾਓ ਆਪਨ ਕੇ ਤੂੰ। ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਬੜਾ ਲੰਮਾ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦੇ ਹੋਇਆ, ਕਈ ਸਮਾਂ ਲੰਘ ਜਾਂਦਾ ਸੀ, ਬਹੁਤ ਲੰਮਾ ਸਮਾਂ ਹੋ ਗਿਆ। ਹੁਣ ਮੈਂ ਤੁਹਾਡੀ ਆਗਿਆ ਲੈ ਕੇ ਆਪਣੇ ਘਰ, ਆਪਣੇ ਵਤਨ ਨੂੰ ਜਾਣਾ ਚਾਹੁੰਦਾ ਹਾਂ। ਬਾਸਰ ਬਹੁਤ ਬਚੀਤੇ ਆਇਓ, ਸੁਧ ਲਿਓ ਕ੍ਰਿਤ ਬੇਤੂ। ਕਿਉਂਕਿ ਇੰਨਾ ਸਮਾਂ ਤੁਹਾਡੇ ਕੋਲ ਰਹਿੰਦਿਆਂ ਹੋ ਗਿਆ ਤੇ ਬਾਕੀ ਕਿਰਤ ਵਿਰਤ ਕਿਹੋ ਜਿਹੀ ਹੈ ਮੈਨੂੰ ਪਤਾ ਨਹੀਂ। ਕੰਮਕਾਰ ਤੇ ਕਰਦੇ ਸੀ ਨਾ ਉਹ ਸਿੱਖ। ਸੱਚੇ ਪਾਤਸ਼ਾਹ ਸਾਰੇ ਧੰਦੇ ਕਿਰਤ ਵਿਰਤ ਦੇ ਕਿਹੋ ਜਿਹੇ ਹੈ, ਮੈਂ ਉਹਨਾਂ ਦੀ ਸੋਝੀ ਲੈਣੀ ਚਾਹੁੰਦਾ ਹਾਂ। ਕਿਉਂ ਬਾਲੇ ਮਨ ਰੰਜ ਭਏ ਹੋ, ਸੰਗ ਸ਼ੋਰ ਕਰ ਗਛੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਬਾਲੇ ਨੂੰ ਕਹਿਣਾ ਸ਼ੁਰੂ ਕੀਤਾ। ਸਾਹਿਬ ਜੀ ਕਹਿਣ ਲੱਗੇ, ਮਨ ਬਹੁਤ ਉਦਾਸ ਹੋ ਗਿਆ ਸਾਡੇ ਕੋਲ ਰਹਿੰਦਿਆਂ। ਕਿੱਡੇ ਪ੍ਰੇਮ ਵਾਲੀ ਗੱਲ ਕਿ ਸਾਡੇ ਕੋਲ ਰਹਿੰਦਿਆਂ ਤੇਰਾ ਮਨ ਉਦਾਸ ਹੋ ਗਿਆ, ਜੋ ਤੂੰ ਸਾਡਾ ਸਾਥ ਛੱਡ ਕੇ ਜਾਣਾ ਚਾਹੁੰਦਾ ਹੈ। ਨਹੀਂ ਰੰਜ ਮੈਂ ਦੰਭ ਨਿਕਦੂ, ਚਾਹੋ ਸਬਰ ਬਚ ਸੱਚੇ। ਭਾਈ ਬਾਲਾ ਕਹਿਣ ਲੱਗਾ, ਸਤਿਗੁਰੂ ਤੁਹਾਡੇ ਕੋਲ ਰਹਿ ਕੇ ਨਾ ਤੇ ਕੋਈ ਮੈਨੂੰ ਦੁੱਖ ਹੈ, ਨਾ ਹੀ ਮੇਰਾ ਕੋਈ ਮਨ ਉਦਾਸ ਹੈ। ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਚਰਨਾਂ ਦੇ ਵਿੱਚੋਂ ਵਰਦਾਨ ਲੈਣ ਵਾਸਤੇ, ਤੁਹਾਡੇ ਚਰਨਾਂ ਦੇ ਵਿੱਚੋਂ ਅਸੀਸਾਂ ਲੈਣ ਵਾਸਤੇ ਆਇਆ ਹਾਂ। ਜਾਚ ਲਿਓ ਬਾਲੇ ਜੋ ਚਹੀਏ, ਨਾ ਦੇ ਕਛ ਤੋਤੇ। ਮੇਰਾ ਗੁਰੂ ਤੇ ਹੈ ਹੀ ਸਮਰੱਥ। ਸੱਚ ਹੈ ਸਾਧ ਸੰਗਤ, ਮੈਂ ਬੇਨਤੀ ਕਰਦਾ ਹੁੰਨਾ, ਸਿੱਖ ਜਿਹੋ ਜੀ ਭਾਵਨਾ ਲੈ ਕੇ ਆਉਂਦਾ ਨਾ ਗੁਰੂ, ਉਹ ਪ੍ਰਵਾਨ ਕਰਦਾ ਹੈ, ਦਿੰਦਾ ਹੈ ਸਾਡੀ ਝੋਲੀ ਦੇ ਵਿੱਚ।
ਪਰ ਚੰਗਾ ਤੇ ਮਾੜਾ ਸਾਨੂੰ ਨਹੀਂ ਪਤਾ, ਉਹ ਗੁਰੂ ਨੂੰ ਪਤਾ। ਦਿੰਦਾ ਜ਼ਰੂਰ ਹੈ, ਸਾਡੀ ਝੋਲੀ 'ਚ ਪਾਉਂਦਾ ਜ਼ਰੂਰ ਹੈ, ਮੰਗਦੇ ਆ ਜੀ, ਪਰ ਉਹਨੂੰ ਪਤਾ ਹੈ ਕਿ ਚੰਗਾ ਕਿ ਮਾੜਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਬਾਲੇ ਦੇ ਪਾਸੋਂ ਇਹ ਗੱਲ ਸੁਣੀ। ਜਦੋਂ ਉਹਨੇ ਕਿਹਾ ਨਾ ਪਾਤਸ਼ਾਹ ਅਸੀਸਾਂ ਲੈਣ ਵਾਸਤੇ ਆਇਆ, ਦਾਤਾ ਜੀ ਕਹਿਣ ਲੱਗੇ ਭਾਈ ਬਾਲਿਆ ਚੰਗੀ ਤਰ੍ਹਾਂ ਸਮਝ, ਚੰਗੀ ਤਰ੍ਹਾਂ ਸੋਚ, ਤੂੰ ਜੋ ਵੀ ਕੁਝ ਮੰਗਣਾ ਚਾਹੁੰਦਾ ਅੱਜ ਮੰਗ, ਅੱਜ ਸਾਰਾ ਕੁਝ ਤੇਰੀ ਝੋਲੀ 'ਚ ਪਾਵਾਂਗੇ। ਜਾ ਚਲੇ ਹੋ ਬਾਲੇ ਜੋ ਚਹੀਏ ਨੈ ਦੇ ਕਛ ਤੋਤੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚੋਂ ਕੀ ਚੀਜ਼ ਮੰਗੀ ਜਿਹੜੀ ਅਸੀਂ ਕਦੇ ਨਹੀਂ ਮੰਗੀ। ਮੈਂ ਇੱਕ ਬੇਨਤੀ ਕਰਾਂ, ਸਾਡਾ ਇਤਿਹਾਸ ਪੜ੍ਹਿਆ ਸੁਣਿਆ, ਗੁਰਬਾਣੀ ਪੜ੍ਹੀ ਤੇ ਸੁਣੀ ਦਾ ਤਾਂ ਹੀ ਲਾਭ ਜੇ ਉਹ 'ਤੇ ਅਮਲ ਹੋ ਗਿਆ, ਤੇ ਜੇ ਉਹਦੇ 'ਤੇ ਅਸੀਂ ਚੱਲਣ ਲੱਗ ਪਏ। ਇਹ ਰਸਤਾ ਹੈ ਸਾਡੇ ਵਾਸਤੇ। ਜਿਹੜਾ ਧਰਮ ਹੈ ਨਾ, ਧਰਮ ਤੇ ਜਾਂ ਪੰਥ, ਇਹਦਾ ਅਸਲ ਦੇ ਵਿੱਚ ਅਰਥ ਹੈ ਰਸਤਾ। ਇਹ ਸਾਨੂੰ ਰਸਤਾ ਦਿੰਦਾ ਹੈ, ਚੱਲਣਾ ਕਿਵੇਂ, ਕਿਹਦੇ 'ਤੇ ਚੱਲਣ, ਟਰੈਕ। ਜੇ ਸਾਡਾ ਟਰੈਕ ਹੀ ਗਲਤ ਹੋਇਆ, ਸਾਡਾ ਰਸਤਾ ਗਲਤ ਹੋਇਆ, ਕੰਡਿਆਲਾ ਹੋਇਆ ਜਾਂ ਟੇਢਾ ਹੋਇਆ ਜਾਂ ਸ਼ਾਰਟਕਟ ਹੋਇਆ, ਸੱਚ ਕਰਕੇ ਜਾਣੋ ਕਿੱਥੇ ਪਹੁੰਚਾਂਗੇ, ਰਾਹ 'ਚ ਹੀ ਰਹਿ ਜਾਵਾਂਗੇ ਅਸੀਂ। ਸਾਡਾ ਇਤਿਹਾਸ ਸਾਨੂੰ ਚਾਨਣ ਦਿੰਦਾ ਹੈ। ਗੁਰਬਾਣੀ ਸਾਡੇ ਸਾਹਮਣੇ ਪ੍ਰਕਾਸ਼ ਹੈ, ਗਿਆਨ ਹੈ, ਇਹਨੂੰ ਲੈ ਕੇ ਅਸੀਂ ਤੁਰਨਾ, ਠੇਡਾ ਨਹੀਂ ਖਾਵਾਂਗੇ। ਫਿਰ ਭਾਈ ਬਾਲੇ ਨੂੰ ਮੇਰੇ ਦਾਤੇ ਨੇ ਕਿਹਾ, ਕਹਿਣ ਲੱਗੇ ਦੱਸ ਕੀ ਮੰਗਣਾ ਚਾਹੁੰਦਾ ਹੈ? ਅੱਜ ਜੋ ਮੰਗੇਗਾ ਨਾ ਉਹੀ ਚੀਜ਼ ਤੇਰੀ ਝੋਲੀ ਦੇ ਵਿੱਚ ਪਾ ਦੇਵਾਂਗੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚੋਂ ਇੱਕੋ ਚੀਜ਼ ਮੰਗਦਾ, ਕਹਿਣ ਲੱਗਾ ਸਤਿਗੁਰੂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨਾ ਕਦੇ ਵਿਸਰੇ, ਪਰਮਾਤਮਾ ਨਾ ਕਦੇ ਭੁੱਲੇ। ਆਹੀ ਚੀਜ਼ ਮੰਗੀ, ਅਕਾਲ ਪੁਰਖ ਵਾਹਿਗੁਰੂ ਸਦਾ ਮੇਰੇ ਅੰਗ ਸੰਗ ਰਵੇ, ਅਕਾਲ ਪੁਰਖ ਦੇ ਨਾਲ ਜੁੜਿਆ ਰਵਾਂ। ਸ੍ਰੀ ਨਾਨਕ ਇੱਕ ਬਾਰ ਇਹ ਦੀਜੈ ਬਿਸਰਨ ਹਰ ਵਰ ਮੋਤੇ। ਕਹਿਣ ਲੱਗੇ ਕਦੇ ਵੀ ਨਾ ਭੁੱਲੇ ਮੈਨੂੰ, ਆਪਣੇ ਮਨ ਕਰਕੇ, ਹਿਰਦੇ ਕਰਕੇ, ਹਰ ਕਰਕੇ, ਕਦੇ ਵੀ ਅਕਾਲ ਪੁਰਖ ਵਾਹਿਗੁਰੂ ਵਿਸਰੇ ਨਾ। ਦੂਸਰ ਬਰ ਦੀਜੈ ਕਰੁਣਾ ਕਰ ਸੰਗ ਤੁਮਾਰ ਜੇ ਚਰਤਾ। ਦੂਸਰਾ ਕਹਿਣ ਲੱਗੇ ਮੈਨੂੰ ਇਹ ਵਰਦਾਨ, ਇਹ ਅਸੀਸ ਦਿਓ। ਪਹਿਲਾ ਲਿਆ ਜੀ ਅਕਾਲ ਪੁਰਖ ਭੁੱਲੇ ਨਾ। ਦੂਸਰਾ ਉਹਨਾਂ ਨੇ ਅਸੀਸ ਮੇਰੇ ਦਾਤੇ ਦੇ ਪਾਸੋਂ ਮੰਗੀ, ਸਤਿਗੁਰੂ ਮੈਂ ਕਦੇ ਤੁਹਾਡਾ ਸੰਗ ਛੱਡ ਕੇ ਨਾ ਜਾਵਾਂ, ਸਾਥ ਨਾ ਛੱਡਾਂ। ਸੱਚਾਈ ਹੈ ਸਾਧ ਸੰਗਤ, ਗੁਰੂ ਨਹੀਂ ਕਦੇ ਸਾਥ ਛੱਡਦਾ। ਜਿੱਦਣ ਹੰਬਦੇ ਆ ਅਸੀਂ, ਹੰਬਦੇ ਥੱਕਦੇ ਅਸੀਂ ਆ, ਗੁਰੂ ਨਹੀਂ ਕਦੇ ਥੱਕਿਆ। ਗੁਰੂ ਤੇ ਸਦਾ ਸਾਡੇ ਨਾਲ ਰਹਿੰਦਾ ਹੈ, ਗੁਰੂ ਨਹੀਂ ਸਾਥ ਛੱਡਦਾ। ਜਿੱਦਣ ਛੱਡਦੇ ਆ, ਚੇਤਾ ਭੁਲਾਉਂਦੇ ਆ, ਉਦਣ ਸਾਨੂੰ ਭੁੱਲਦਾ ਜੀ। ਇੱਕੋ ਵਾਰੀ ਕਿਹਾ ਸੀ ਭਾਈ ਜੋਗੇ ਨੇ, ਸਤਿਗੁਰੂ ਮੈਂ ਤੇਰੀ ਜੋਗਾ ਵਾਂ। ਸਭ ਤੋਂ ਵੱਡੀ ਉਦਾਹਰਨ, ਮੈਂ ਦਾਤਾ ਤੇਰੇ ਜੋਗਾ ਵਾਂ। ਤੇ ਧੰਨ ਸਤਿਗੁਰੂ ਕਲਗੀਆਂ ਵਾਲੇ ਦਾਤੇ ਨੇ ਆਖਿਆ ਜੀ ਤੂੰ ਸਾਡੇ ਜੋਗਾ, ਤੇ ਅੱਜ ਤੋਂ ਬਚਨ ਤੇਰੇ ਨਾਲ ਕਰਦੇ ਵੀ ਅਸੀਂ ਤੇਰੇ ਜੋਗੇ ਰਵਾਂਗੇ, ਤੇਰੇ ਜੋਗੇ ਹੋ ਗਏ। ਆਪ ਤੇ ਚਿੱਕੜ ਵਿੱਚ ਚਲਾ ਗਿਆ, ਗੰਦਗੀ ਦੇ ਵਿੱਚ ਜਾਣਾ ਚਾਹੁੰਦਾ ਹੈ, ਪਰ ਉਸ ਗੰਦਗੀ ਦੇ ਵਿੱਚੋਂ, ਉਸ ਕਲੰਕ ਦੇ ਵਿੱਚੋਂ, ਕਾਲਕ ਦੇ ਵਿੱਚੋਂ ਕੱਢਣ ਵਾਲਾ ਕੌਣ ਹੈ? ਕਲਗੀਆਂ ਵਾਲਾ ਸਤਿਗੁਰੂ। ਗੁਰੂ ਫਿਰ ਵੀ ਮੋੜ ਲਿਆਇਆ, ਤੈਨੂੰ ਇਹਦੇ ਵਿੱਚ ਨਹੀਂ ਡਿੱਗਣ ਦੇਵਾਂਗੇ, ਖਾਣ ਬੜੀ ਡੂੰਘੀ ਹੈ। ਸਤਿਗੁਰੂ ਨਹੀਂ ਜੇ ਕਦੇ ਸਾਥ ਛੱਡਦਾ। ਮੇਰਾ ਦਾਤਾ ਤੇ ਸਦਾ ਸਾਡਾ ਰਖਵਾਲਾ ਹੈ, ਇੱਕੋ ਇੱਕ ਰਖਵਾਲਾ। ਸੰਗ ਛੱਡਣ ਤੋਂ ਭਾਵ ਹੁੰਦਾ ਕਿ ਸਾਨੂੰ ਮਾਲਕ ਵਿਸਰ ਗਿਆ, ਅਸੀਂ ਕਹਿੰਦੇ ਕਿ ਰਾਖਾ ਕੋਈ ਹੋਰ ਹੈ ਸਾਡਾ, ਪਰ ਮਾਲਕ ਇੱਕੋ ਹੀ ਹੈ ਜਿਹੜਾ ਸਾਡਾ ਰਾਖਾ। ਮੈਂ ਇੱਥੇ ਬੇਨਤੀ ਕਰ ਜਾਵਾਂ, ਆ ਜਿਹੜੇ ਹੱਥਾਂ ਦੇ ਵਿੱਚ ਧਾਗੇ ਬਣਦੇ ਆ ਨਾ, ਸਾਨੂੰ ਉਹ ਹੁੰਦਾ ਵੀ ਇਹ ਰਾਖੀ ਕਰੇਗਾ। ਸੱਚਾਈ ਜਿਹੜੀ ਹੈ ਜੀ, ਜਾਂ ਅਸੀਂ ਉਂਗਲਾਂ ਦੇ ਵਿੱਚ ਕੋਈ ਚੀਜ਼ ਨਗ ਕਰਕੇ ਕੁਝ ਪਾ ਲੈਣਾ, ਸਾਨੂੰ ਹੁੰਦਾ ਵੀ ਮੁਸ਼ਕਿਲ ਦੇ ਸਮੇਂ ਸਾਡੀ ਉਹ ਸਹਾਇਤਾ ਕਰੇਗਾ। ਜਾਂ ਕਈਆਂ ਨੇ ਗਲ ਦੇ ਵਿੱਚ ਤਵੀਤ ਪਾਏ ਹੁੰਦੇ ਜੇ, ਮੜੇ ਹੁੰਦੇ ਜੇ, ਪਤਾ ਨਹੀਂ ਉਹ ਭਾਸ਼ਾ ਕਿਹੜੀ ਹੈ, ਕੀ ਲਿਖਿਆ ਸਾਨੂੰ ਤੇ ਪਤਾ ਹੀ ਨਹੀਂ, ਪਰ ਜਿਹੜੀ ਚੀਜ਼ ਬਾਰੇ ਗਿਆਨ ਹੈ ਕਦੀ ਪੜ੍ਹਨ ਦਾ ਯਤਨ ਨਹੀਂ ਕੀਤਾ। ਹੁਣ ਗਲਾਂ ਦੇ ਵਿੱਚ ਪਾ ਲੈ, ਸਾਡਾ ਉਹ ਰਾਖਾ ਜੀ। ਇੱਥੇ ਅਸੀਂ ਆਪਣੇ ਗੁੱਟਾਂ ਦੇ ਨਾਲ ਧਾਗੇ ਬੰਨ ਲੈ, ਇਹ ਸਾਡਾ ਰਾਖਾ ਹੈ ਜੀ। ਜਾਂ ਅਸੀਂ ਆਪਣੇ ਲੱਕ ਦੇ ਨਾਲ ਵਲੇਟੀ ਫਿਰਦੇ ਆ, ਜਾਂ ਇੱਥੋਂ ਤੱਕ ਵੀ ਆਇਆ ਵੀ ਅਸੀਂ ਆਪਣੇ ਗਿੱਟਿਆਂ ਦੇ ਵਿੱਚ ਵੀ ਪਾਈ ਫਿਰਦੇ ਆ, ਇਹ ਸਾਡਾ ਰਾਖਾ ਹੈ। ਨਹੀਂ ਸਾਧ ਸੰਗਤ, ਇੱਕੋ ਹੀ ਰਾਖਾ ਹੈ, ਇੱਕ ਮਾਲਕ, ਹੋਰ ਕੋਈ ਰਾਖਾ ਨਹੀਂ। ਰਾਖਾ ਏਕ
ਹਮਾਰਾ ਸੁਆਮੀ। ਮੈਂ ਨਾ ਇੱਕ ਦਿਨ ਸਕੂਲ ਦੇ ਵਿੱਚ ਗਿਆ ਜੀ, ਛੋਟੀ ਬੱਚੀ ਸਾਡੀ ਪੜ੍ਹਦੀ ਹੈ ਸਕੂਲੇ। ਪ੍ਰਿੰਸੀਪਲ ਸਾਹਿਬ ਮੈਡਮ ਬੜੀ ਸਿਆਣੀ ਆ ਜੀ, ਉਹਨਾਂ ਕਲਾਸ ਲਾਈ ਔਰ ਪੇਰੈਂਟਸ ਮੀਟਿੰਗ ਜਿੱਦਾਂ ਆਉਂਦੀ ਨਾ, ਉਹਨਾਂ ਨੇ ਸੱਦਿਆ ਕਲਾਸ ਦੇ ਵਿੱਚ। ਬੱਚੇ ਚਲੇ ਗਏ, ਸਾਨੂੰ ਵੀ ਕਲਾਸ ਦੇ ਵਿੱਚ ਬਹਾ ਲਿਆ ਵੀ ਤੁਸੀਂ ਵੀ ਬੈਠ ਜਾਓ। ਸਾਡੀ ਉਹਨਾਂ ਕਲਾਸ ਲਈ ਉਹ ਆਂਦੀ ਸਾਡਾ ਅਸੀਂ ਰੋਜ਼ਾਨਾ ਬੱਚਿਆਂ ਨੂੰ ਆਹ ਸ਼ਬਦ ਦ੍ਰਿੜ ਕਰਾਉਂਦੇ ਆ, ਕੰਠ ਕਰਾਉਂਦੇ, ਰਾਖਾ ਏਕ। ਹਮਾਰਾ ਸੁਆਮੀ। ਉਹਦਾ ਮਤਲਬ ਹੈ ਕੋਈ ਅੱਜ ਉਹ ਬੱਚੇ ਕੋਈ LKG, ਕੋਈ ਨਰਸਰੀ, ਕੋਈ ਪਹਿਲੀ ਦੂਜੀ ਤੀਜੀ 'ਚ ਪੜ੍ਹਦਾ ਹੈ, ਕੋਰਾ ਕਾਗਜ਼ ਹੈ ਬੱਚੇ। ਜਦੋਂ ਬੱਚਿਆਂ ਦੇ ਮਨ ਤੇ ਆ ਗੱਲ ਫਿੱਟ ਹੋ ਗਈ ਨਾ, ਇੱਕੋ ਹੀ ਮਾਲਕ ਹੈ ਜਿਹੜਾ ਸਾਡਾ ਰਾਖਾ ਹੈ। ਕੀ ਜੀ? ਇੱਕੋ ਹੀ ਮਾਲਕ ਹੈ ਜਿਹੜਾ ਸਾਡਾ ਰਾਖਾ ਹੈ। ਸੱਚ ਕਰਕੇ ਜਾਣੇ ਉਹ ਬੱਚਾ ਵੱਡਾ ਹੋ ਗਿਆ, ਦੇਸ਼ਾਂ ਵਿਦੇਸ਼ਾਂ 'ਚ ਪੜ੍ਹਨ ਵੀ ਚਲਾ ਜਾਵੇਗਾ, ਪਰ ਜਿਹੜੀ ਗੱਲ ਅੱਜ ਪੱਕੇ ਤੌਰ ਤੇ ਮਨ 'ਚ ਫਿੱਟ ਹੋ ਗਈ, ਕੋਈ ਵੀ ਉਹਨੂੰ ਕੱਢ ਨਹੀਂ ਸਕੇਗਾ। ਰਾਖਾ ਏਕ। ਆਂਦੇ ਅਸੀਂ ਹਰ ਇੱਕ ਬੱਚੇ ਨੂੰ ਇਹ ਦ੍ਰਿੜ ਕਰਾਉਂਦੇ ਆ, ਪਰ ਆਂਦੇ ਉਹ ਮੈਡਮ ਸੀ, ਆਂਦੇ ਅਸੀਂ ਤੁਹਾਨੂੰ ਤਾਂ ਅੱਜ ਸੱਦਿਆ ਕਿਉਂਕਿ ਜੋ ਤੁਸੀਂ ਕਰਦੇ ਹੋ ਉਹਦਾ ਵੀ ਅਸਰ ਬੱਚਿਆਂ ਤੇ ਹੁੰਦਾ ਹੈ। ਸਾਡੇ ਕੋਲ 3 ਘੰਟੇ 4 ਘੰਟੇ ਰਹੇਗਾ ਨਾ ਬੱਚਾ, ਅਜੇ ਬੱਚੇ ਨੂੰ ਪਤਾ ਨਹੀਂ ਹੈ ਕਿ ਇਹ ਸ਼ਬਦ ਕੀ ਆਂਦਾ ਹੈ, ਇਹਦਾ ਭਾਵ ਅਰਥ ਕੀ ਹੈ, ਇਹਦਾ ਅਰਥ ਕੀ ਹੈ, ਇਹਦਾ ਵਿਸ਼ੇਸ਼ਣ ਕੀ ਹੈ, ਜੋ ਵੀ ਕੁਝ ਹੈ ਇਹਦਾ ਪਤਾ ਨਹੀਂ, ਵਿਸ਼ੇਸ਼ਤਾ ਹੀ ਕੀ ਹੈ। ਪਰ ਤੁਸੀਂ ਜੋ ਕਰਦੇ ਹੋ ਨਾ, ਉਹ ਬੱਚਿਆਂ ਦੇ ਮਨ ਤੇ ਹੋਵੇਗਾ। ਜੇ ਐਤਵਾਰ ਨੂੰ ਅਸੀਂ ਛੁੱਟੀ ਕਰਤੀ ਤੇ ਤੁਸੀਂ ਕਿਤੇ ਕਿਸੇ ਹੋਰ ਬਾਬੇ ਕੋ ਧਾਗੇ ਕਰਾਉਣ ਵਾਸਤੇ ਚਲੇ ਗਏ, ਤੇ ਫਿਰ ਉਹ ਬੱਚਾ ਦੁਬਿਧਾ ਵਿੱਚ ਨਹੀਂ ਪਵੇਗਾ ਜੀ, ਪਵੇਗਾ ਨਾ ਜੀ ਬੱਚਾ। ਜੇ ਕਿਤੇ ਤੁਸੀਂ ਹਰੇ ਚਾਦਰ ਵਾਲੇ ਬਾਬੇ ਦੇ ਕੋਲ ਚਲੇ ਗਏ, ਕਿ ਬੱਚਾ ਦੁਬਿਧਾ 'ਚ ਨਹੀਂ ਪਵੇਗਾ, ਪਵੇਗਾ ਨਾ ਬੱਚਾ, ਛੋਟਾ ਹੈ। ਜੇ ਕਿਸੇ ਧਾਗੇ ਕਰਾਉਣ ਵਾਲੇ ਦੇ ਕੋਲ, ਲਾਚੀਆਂ ਦੇਣ ਵਾਲੇ ਦੇ ਕੋਲ ਤੁਸੀਂ ਲੈ ਕੇ ਚਲੇ ਗਏ, ਬੱਚਾ ਛੋਟਾ ਹੈ, ਸੱਚ ਕਰਕੇ ਜਾਣੋ, ਕਹਿੰਦੇ ਸਾਡਾ ਪੜ੍ਹਾਈ ਦਾ ਫਾਇਦਾ ਨਹੀਂ ਹੋਵੇਗਾ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ, ਜਿੱਥੇ ਬਚਨ ਪੜ੍ਹਦੇ ਆ ਨਾ, ਏਕ ਪਿਤਾ ਏਕ ਸਕੇ ਹਮ ਬਾ, ਉਹ 'ਤੇ ਅਸੀਂ ਪਹਿਰਾ ਦਈਏ ਜੀ। ਮੈਂ ਇਹ ਅੱਜ ਵਾਅਦੇ ਨਾਲ ਗੱਲ ਕਹਿਣਾ, ਕਿੱਡੀ ਵੀ ਮੁਸ਼ਕਲ ਦੇ ਵਿੱਚ ਹੋਵੋਗੇ ਨਾ, ਜੇ ਤੁਹਾਡਾ ਵਿਸ਼ਵਾਸ ਹੋਵੇਗਾ ਵੀ ਮੇਰੀ ਰਾਖੀ ਇੱਕ ਨਹੀਂ ਕਰਨੀ ਹੈ, ਸੱਚ ਕਰਕੇ ਜਾਣਿਓ ਉਹ ਸਮੁੰਦਰ ਟੱਪ ਕੇ ਵੀ ਤੁਹਾਡੀ ਰਾਖੀ ਕਰਨ ਆ ਜਾਵੇਗਾ, ਉਹ ਰਾਖੀ ਕਰਨ ਆ ਜਾਵੇਗਾ। ਤੇ ਜੇ ਭਰੋਸਾ ਨਹੀਂ, ਫਿਰ ਤੇ ਉਹ ਬੱਚੇ ਵਰਗਾ ਹੀ ਹੋਵੇਗਾ ਨਾ, ਜਿਹੜਾ ਉਹ ਬੱਚਾ ਸਾਰਾ ਪਿੰਡ ਤੇ ਇਕੱਠਾ ਹੋ ਗਿਆ, ਮੀਂਹ ਨਹੀਂ ਪੈਂਦਾ। ਮੈਂ ਕਈ ਵਾਰੀ ਇਹ ਗੱਲ ਸਾਂਝੀ ਕੀਤੀ, ਮੀਂਹ ਨਹੀਂ ਪੈਂਦਾ ਜੀ, ਔੜ ਲੱਗ ਗਈ, ਸਾਡੇ ਤੇ ਡੰਗਰ ਵੀ ਪਿਆਸੇ ਹੈ, ਅਸੀਂ ਆਪ ਖੁਦ ਪਿਆਸੇ, ਸਾਡੀਆਂ ਫਸਲਾਂ ਨਹੀਂ ਮਰ ਗਈਆਂ। ਲੋਕ ਸਾਰੇ ਇੱਕ ਟਿੱਬੇ ਤੇ ਬਾਹਰ ਖਲੋ ਕੇ ਅਰਦਾਸ ਕਰਦੇ ਆ ਅਕਾਲ ਦੇ ਚਰਨਾਂ 'ਚ, ਬੌੜ ਕਿਤੇ ਤੂੰ ਰਹਿਮਤ ਕਰ, ਮੀਂਹ ਬਰਸ ਕੇ ਮੇਘ ਬਣ ਕੇ ਆ। ਲਾਗੋ ਛੋਟਾ ਜਿਹਾ ਬੱਚਾ ਬਜ਼ੁਰਗ ਨੂੰ ਕਹਿੰਦਾ ਕਿ ਬਾਪੂ ਅੱਜ ਇਕੱਠੇ ਕਿਉਂ ਹੋਏ? ਦੇਖੋ ਯਕੀਨ ਦੀ ਗੱਲ ਹੈ, ਸੰਗ ਦੀ ਗੱਲ ਹੈ, ਵਿਸ਼ਵਾਸ ਦੀ ਗੱਲ ਹੈ। ਆਂਦਾ ਬਾਪੂ ਤੁਸੀਂ ਅੱਜ ਇਕੱਠੇ ਕਿਉਂ ਹੋਏ? ਆਂਦਾ ਆਪਣੇ ਇੱਥੇ ਕਾਲ ਪੈ ਗਿਆ ਜਾਂ ਮੀਂਹ ਨਹੀਂ ਪੈਂਦਾ, ਔੜ ਹੈ, ਇਸੇ ਕਰਕੇ ਕਿ ਰੱਬ ਦੇ ਚਰਨਾਂ 'ਚ ਅਰਦਾਸ ਕਰੀਏ, ਕੋਈ ਤੇ ਸੁਣੇਗਾ ਨਾ। ਤੇ ਬੱਚਾ ਕਹਿਣ ਲੱਗਾ ਫਿਰ ਤੁਸੀਂ ਛਤਰੀਆਂ ਕਿਉਂ ਨਹੀਂ ਲੈ ਕੇ ਆਏ? ਛਤਰੀਆਂ ਕਿਉਂ? ਅੱਜ ਯਕੀਨ ਦੀ ਗੱਲ ਹੁੰਦੀ ਹੈ ਜੀ, ਸੱਚ ਕਰਕੇ ਜਾਣੋ, ਜਿਸ ਮਾਲਕ ਦੇ ਘਰ ਵਿੱਚ ਆਏ ਆ, ਇਹਦੇ ਭੰਡਾਰ ਸਾਰੇ ਹੀ ਭਰੇ ਆ, ਕੋਈ ਅਧੂਰਾ ਭੰਡਾਰ ਨਹੀਂ ਹੈ ਇਹਦੇ ਕੋਲ। ਜਿੰਨੀਆਂ ਸਾਨੂੰ ਲੋੜਾਂ ਹੈ ਨਾ ਸੰਸਾਰ ਤੌਰ ਤੇ, ਉਹ ਲੋੜਾਂ ਤੋਂ ਵੱਧ ਕੇ ਇਹਦੇ ਭੰਡਾਰ ਭਰੇ ਹੋਏ ਨੇ। ਕਿਹੜੀ ਚੀਜ਼ ਇਹਦੇ ਘਰ ਦੇ ਵਿੱਚ ਨੇ? ਉਹ ਬਜ਼ੁਰਗ ਨੂੰ ਯਕੀਨ ਨਹੀਂ ਸੀ, ਕਹਿੰਦਾ ਬੇਟਾ ਵੀ ਹੁਣੇ ਥੋੜ੍ਹਾ ਮੀਂਹ ਆਉਣ ਲੱਗੇ, ਅਜੇ ਤੇ ਅਰਦਾਸ ਹੀ ਕੀਤੀ ਹੈ, ਹੁਣੇ ਥੋੜ੍ਹਾ ਮੀਂਹ ਆਉਣ ਲੱਗਾ ਹੈ, ਅਜੇ ਤੇ ਅਰਦਾਸ ਹੀ ਕੀਤੀ ਹੈ। ਬੱਚਾ ਉਸੇ ਵੇਲੇ ਮੋੜਵਾਂ ਜਵਾਬ ਦਿੱਤਾ, ਕਹਿੰਦਾ ਜੇ ਤੁਹਾਨੂੰ ਯਕੀਨ ਵਿਸ਼ਵਾਸ ਨਹੀਂ ਤੇ ਸੱਚ ਕਰਕੇ ਜਾਣੋ ਮੀਂਹ ਪੈਣਾ ਹੀ ਨਹੀਂ, ਫੇਰ ਨਹੀਂ ਪੈਂਦਾ। ਇਹਦੇ ਘਰ ਯਕੀਨ ਵਿਸ਼ਵਾਸ ਭਰੋਸਾ ਹੈ, ਇੱਥੇ ਭਰੋਸੇ ਦੇ ਉੱਪਰ ਸਾਰਾ ਕੁਝ ਹੈ, ਯਕੀਨ ਤੇ। ਯਕੀਨ ਨੂੰ ਪਤਾ ਮੈਂ ਕਹਿੰਦਾ ਨਾ ਜ਼ਬਾਨ, ਜਦੋਂ ਸਿਆਣੇ ਬੰਦੇ ਇੱਕ ਦੂਜੇ ਨੂੰ ਜ਼ਬਾਨ ਦਿੰਦੇ ਸੀ ਨਾ, ਫਿਰ ਸਾਧ ਸੰਗਤ ਕਿੰਨੇ ਵੀ ਘਿਓ ਦੇ ਭਾਂਡੇ ਰੁੜ ਜਾਣੇ, ਕਿੰਨਾ ਵੀ ਕੁਝ ਉਹਨਾਂ ਦਾ ਨੁਕਸਾਨ ਹੋ ਜਾਣਾ, ਪਰ ਕਦੇ ਆਪਣੀ ਜ਼ਬਾਨ ਤੋਂ ਨਹੀਂ ਸੀ ਫਿਸਲੇ। ਅੱਜ ਤੇ ਸਾਡੀ ਰਹੀ ਕੋਈ ਨਹੀਂ, ਅੱਜ ਨਹੀਂ ਜੇ ਜ਼ਬਾਨ ਰਹੀ, 1 ਮਿੰਟ ਦੇ ਵਿੱਚ ਫਿਸਲ ਜਾਂਦੇ ਆ। ਯਕੀਨ ਨਹੀਂ ਹੈ, ਭਰੋਸਾ ਨਹੀਂ ਹੈ। ਜਿੱਦਣ ਭਰੋਸਾ ਬਣ ਗਿਆ ਨਾ, ਜਿੱਦਣ ਯਕੀਨ ਬਣ ਗਿਆ ਵੀ ਇੱਕੋ ਨੇ ਸਾਡੀ ਰਾਖੀ ਕਰਨੀ ਹੈ, ਦੁਨੀਆ ਦੇ ਅੰਦਰ ਕਿੰਨੇ ਵੀ ਦੇਵੀ ਦੇਵਤੇ, ਕਿੰਨੇ ਵੀ ਕੁਝ ਹੋਣ, ਬਾਬੇ ਬਣੇ ਹੋਣ, ਅਸੀਂ ਕਿਸੇ ਦੇ ਵੱਲ ਮੂੰਹ ਕਰਕੇ ਨਹੀਂ ਦੇਖਾਂਗੇ। ਸਾਡਾ ਇੱਕੋ ਹੀ ਬਾਬਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਇਹਨੂੰ ਸਦਾ ਚੇਤੇ ਕਰਨਾ ਤੇ ਸਾਡਾ ਸਿਰ ਵੀ ਝੁਕੇਗਾ। ਇਹਦਾ ਸੰਗ ਲਿਆ ਕਰੀਏ ਜੀ, ਇੱਕ ਇਹਨੂੰ ਛੱਡ ਕੇ ਨਹੀਂ ਕਿਤੇ ਵੀ ਜਾਣਾ।
ਭਾਈ ਬਾਲੇ ਨੇ ਇਹ ਦੂਸਰੀ ਅਸੀਸ ਲਈ ਮੇਰੇ ਦਾਤੇ ਦੀ ਕੋਲ। ਸਤਿਗੁਰੂ ਪਹਿਲਾ ਤੇ ਮੈਨੂੰ ਅਕਾਲ ਪੁਰਖ ਨਾ ਭੁੱਲੇ, ਦੂਜਾ ਮੈਨੂੰ ਅਸੀਸ ਦਿਓ, ਮੈਂ ਤੁਹਾਡਾ ਸੰਗ ਛੱਡ ਕੇ ਕਦੇ ਨਾ ਜਾਵਾਂ। ਸੁਦਾ ਸਿੰਧ ਤਜ ਮ੍ਰਿਗ ਕ੍ਰਿਸ਼ਨਾ ਹਿਤ ਧਾਵਤ ਨਿੰਦ ਜੇ ਹਰਿਤਾ। ਜਿਵੇਂ ਆਂਦੇ ਇੱਕ ਨਿੰਦਕ ਬੰਦਾ ਅੰਮ੍ਰਿਤ ਦੇ ਸਾਗਰ ਨੂੰ ਛੱਡ ਕੇ ਨਿੰਦਿਆ ਕਰਦਾ ਹੈ। ਨਿੰਦਕ ਬੰਦਾ ਅੰਮ੍ਰਿਤਮਈ ਸਾਗਰ ਨੂੰ ਛੱਡ ਕੇ ਔਰ ਕੇਵਲ ਉਹ ਨਿੰਦਿਆ ਹੀ ਕਰੀ ਜਾਵੇਗਾ, ਕਿਉਂਕਿ ਉਹਦੇ ਅੰਦਰ ਇਹ ਪਿਆਸ ਲੱਗੀ ਨਿੰਦਿਆ ਕਰਨ ਦੀ। ਮ੍ਰਿਗ ਤ੍ਰਿਸ਼ਨਾ, ਜਿਵੇਂ ਹਿਰਨ ਨੂੰ ਪਿਆਸ ਲੱਗੀ ਹੁੰਦੀ ਹੈ ਨਾ, ਤੇ ਉਹ ਭੱਜਦਾ ਹੈ ਫਿਰ ਕਿ ਮੇਰੀ ਪਿਆਸ ਬੁੱਝ ਜਾਏ, ਤੇ ਜਿੱਥੇ ਜਿੱਥੇ ਰੇਤਲੇ ਥਾਂ ਤੇ ਵੇਖਦਾ ਆਓ ਅੱਗੇ ਪਾਣੀ ਹੈ, ਆਓ ਅੱਗੇ ਪਾਣੀ ਹੈ, ਮਰ ਤੇ ਜਾਂਦਾ ਪਰ ਪਾਣੀ ਨਹੀਂ ਜੀ ਉਹਨੂੰ ਮਿਲਦਾ। ਇਸੇ ਤਰ੍ਹਾਂ ਨਿੰਦਕ ਬੰਦਾ ਕਦੀ ਜਿੱਥੇ ਵੀ ਕੋਈ ਚਾਰ ਜਾਣੇ ਖਲੋਤੇ ਹੋ ਨਾ, ਉਹ ਫਲਾਣੇ ਦੀ ਨਿੰਦਾ, ਉਹ ਫਲਾਣੇ ਦੀ ਨਿੰਦਾ, ਉੱਥੇ ਜਾ ਕੇ ਆ ਕਰੇਗਾ। ਪਰ ਸਾਹਿਬ ਜੀ ਕਹਿੰਦੇ ਉਹਦੀ ਵੀ ਪਿਆਸ ਨਹੀਂ ਮਿਟਦੀ ਜਿੱਦਾਂ ਉਹ ਮਿਰਗ ਦੀ ਹਿਰਨ ਦੀ ਨਹੀਂ ਜੇ ਬੁੱਝਦੀ। ਇਸ ਤਰ੍ਹਾਂ ਦੀ ਹਾਲਾਤ ਉਹ ਤ੍ਰਿਸ਼ਨਾ ਵਾਲੇ ਉਹ ਨਿੰਦਕ ਬੰਦੇ ਦਾ ਹੁੰਦਾ ਹੈ। ਦੇਖੋ ਸੁਨੋ ਨ ਭਰਮੋ ਗੁਰੂ ਜੀ, ਔਰ ਤਿਰ ਮਤ ਮੁਰ ਕੀਜੈ। ਸਭ ਤੋਂ ਵੱਡੀ ਆ ਦਾਤ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ, ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਦ੍ਰਿਸ਼ਟੀ ਕਰੋ, ਮੈਂ ਕਦੇ ਭਰਮਾਂ ਦੇ ਜਾਲ ਵਿੱਚ ਨਾ ਪੈ ਜਾਵਾਂ। ਅਗਰ ਸਰ ਅਰਬਿੰਦ ਸਰਸ ਤਬ ਮਨ ਮਮ ਮਤੁਮ ਕਰੀਜੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਸੋਹਣੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦਾ ਹੈ। ਸੁਨਤ ਪ੍ਰਸਿੱਧ ਬਚਨ ਕੀ ਰਚਨਾ, ਚਿਤ ਨਿਸ਼ਚਾ ਅਤਹਿਰਾ। ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਉਹਨਾਂ ਨੇ ਬੜੇ ਪਿਆਰ ਦੇ ਨਾਲ ਭਾਈ ਬਾਲੇ ਦੀ ਇਹ ਗੱਲ ਸੁਣੀ ਹੈ। ਮੇਰ ਅਡੋਲ ਬਾਤ ਤੇ ਜਸ ਬਿਦ, ਤਸ ਬਿਦ ਹੁਤ ਮਨ ਤੇਰਾ। ਮੇਰੇ ਦਾਤੇ ਨੇ ਅਸੀਸ ਦਿੱਤੀ। ਆਂਦੇ ਜਿਵੇਂ ਸ਼ਮੇਰ ਪਰਬਤ ਬੜਾ ਵੱਡਾ ਹੈ, ਬਹੁਤ ਵੱਡਾ ਹੈ, ਅਡੋਲ ਵੀ ਹੈ, ਕਿੰਨੀਆਂ ਵੀ ਹਵਾਵਾਂ ਤੇਜ਼ ਆਉਣ ਕਦੀ ਡੋਲਿਆ ਜੀ ਉਹ ਸ਼ਮੇਰ ਪਰਬਤ ਨਹੀਂ ਕਦੇ ਡੋਲਦਾ, ਵੱਡਾ ਪਰਬਤ। ਇਸੇ ਤਰ੍ਹਾਂ ਮੇਰੇ ਦਾਤਾ ਜੀ ਕਹਿਣ ਲੱਗੇ ਤੇਰਾ ਹਿਰਦਾ ਹੈ ਬੇਮੁਖਤਾ ਜਿਸ ਭਰਮ ਮਯੰਕ, ਦੁਖ ਦਰਿਦ ਉਡਗਨ ਸੇ। ਬੇਮੁਖਤਾ ਰੂਪੀ ਰਾਤ, ਰਾਤ ਹੀ ਹੁੰਦੀ ਹੈ ਨਾ ਜਦੋਂ ਹਨੇਰਾ ਆਵੇਗਾ, ਜਦੋਂ ਬੇਮੁਖ ਹੋ ਜਾਵਾਂਗੇ। ਬੇਮੁਖ ਹੋਏ RAM ਤੇ ਲੱਗਣ ਜਨਮ। ਵਿਜੋਗ, ਜਦੋਂ ਵਿਜੋਗ ਲੱਗਦਾ ਰਾਤ ਪੈਂਦੀ ਹੈ, ਰਾਤ ਹਨੇਰੇ ਦੇ ਵਿੱਚ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਬੇਮੁਖਤਾ ਰੂਪੀ ਰਾਤ, ਭਰਮਾ ਰੂਪੀ ਚੰਦਰਮਾ, ਤੇ ਦੁੱਖ ਦਲਿੱਦਰ ਰੂਪ ਤਾਰੇ। ਉਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ, ਨਾਸੈ ਪਾਸਲ ਗਿਨਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਦੋਂ ਅਕਾਲ ਦਾ ਨਾਮ ਚਿੱਤੇ ਆਉਂਦਾ ਹੈ ਨਾ, ਇਹ ਸਾਰਾ ਕੁਝ ਪ੍ਰੇਮ ਦੇ ਵਿੱਚ ਆ ਕੇ, ਚਾਹੇ ਉਹ ਭਰਮ ਹੈ, ਚਾਹੇ ਉਹ ਰਾਤ ਹੈ, ਚਾਹੇ ਉਹ ਕਹਿਣ ਲੱਗੇ ਮਨ ਦੇ ਅੰਦਰ ਦੁੱਖ ਦਲਿੱਦਰ ਹੈ, ਇਹ ਸਾਰਾ ਕੁਝ ਪ੍ਰੇਮ ਦੇ ਥੱਲੇ ਲੁਕ ਜਾਂਦਾ ਹੈ ਜਦੋਂ ਅਸੀਂ ਆਪਣੇ ਭਾਵਨਾ, ਆਪਣੇ ਹਿਰਦੇ ਕਰਕੇ ਗੁਰੂ ਨੂੰ ਯਾਦ ਕਰਦੇ ਹਾਂ। ਹੋਵੇ ਤਬ ਉਰ ਸਰਵਰ ਕੇਸਰ, ਹਰਿ ਕੀਰਤ ਅਰਬਿੰਦਾ। ਪਾਤਸ਼ਾਹ ਜੀ ਕਹਿਣ ਲੱਗੇ ਤੇਰਾ ਹਿਰਦਾ ਸਰੋਵਰ ਦੇ ਬਰਾਬਰ ਹੋ ਜਾਵੇਗਾ। ਸਦ ਬਿਗਸੈ ਸੁਖੈ ਨ ਕਬਹੂ, ਪ੍ਰੀਤ ਬਧੈ ਨ ਕਰੰਦਾ। ਤੇ ਇਹ ਗੱਲ ਵੀ ਹੈ, ਤੇਰਾ ਹਿਰਦਾ ਹੀ ਇਕੱਲਾ ਏਡਾ ਵੱਡਾ ਨਹੀਂ ਹੋਵੇਗਾ, ਉਹ ਖਿੜਿਆ ਵੀ ਰਹੇਗਾ ਸਦਾ ਬਗਾਸ ਦੇ ਵਿੱਚ, ਖੁਸ਼ੀ ਦੇ ਵਿੱਚ। ਸਤ ਸੰਗਤ ਵੱਡੀ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਬਾਹਰੀ ਤੌਰ ਤੇ, ਪਰ ਅੰਦਰੋਂ ਖਿੜੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ। ਮੈਂ ਤੇ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਵਾਂ। ਦੇਖੋ ਜੰਗਲਾਂ ਵਿੱਚ ਰਹੇ ਆ ਨਾ ਆਪਾਂ, ਸਾਡੇ ਪੁਰਖੇ ਰਹੇ ਨੇ, ਆਪਾਂ ਨੂੰ ਤਾਂ ਹੀ ਆ ਸੋਹਣੇ ਘਰ ਮਿਲੇ ਨਾ, ਉਹਨਾਂ ਨੂੰ ਖਾਣ ਨੂੰ ਮਿਲਦਾ। ਥੋੜ੍ਹੇ ਦਿਨ ਹੋਏ ਆ, ਛੋਟਾ ਕੱਲੂ ਘਰ ਆ ਲੰਘ ਕੇ ਗਿਆ ਜੀ ਉਹ ਦਿਨ, ਸਾਡੀ ਤੇ ਪਨੀਰੀ ਨੂੰ ਅਗਾਂਹ ਪਤਾ ਹੀ ਨਹੀਂ ਹੋਵੇਗਾ ਵੀ ਕੱਲੂ ਘਾਰੇ ਵੀ ਹੋਏ ਨੇ। ਛੋਟੇ ਕੱਲੂ ਘਾਰੇ ਜਿੱਥੇ ਲਗਭਗ 12 ਤੋਂ ਲੈ ਕੇ 15,000 ਇੱਕੋ ਸਮੇਂ ਸ਼ਹੀਦ ਹੋ ਗਏ। ਛੋਟੇ ਬੱਚੇ ਸਨ, ਬਜ਼ੁਰਗ ਹੈ, ਨੌਜਵਾਨ ਹੈ, ਸਾਡੀਆਂ ਬੀਬੀਆਂ ਮਾਤਾਵਾਂ। ਵੱਡਾ ਕੱਲੂ ਘਾਰਾ ਜਿਹਦੇ ਵਿੱਚ ਇਤਿਹਾਸ ਪੜ੍ਹ ਕੇ ਵੇਖੋ, ਇੱਕੇ ਸਮੇਂ ਅਬਦਾਲੀ ਨੇ ਕਹਿਰ ਢਾਇਆ 30 ਤੋਂ ਲੈ ਕੇ 35,000 ਨਿਰਦੋਸ਼ੇ ਬੇਦੋਸ਼ ਲੋਕ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਰਹਿਮ ਨਹੀਂ ਕੀਤਾ, ਪਰ ਉਹਨੇ
ਔਰ ਤੀਸਰਾ ਘੱਲੂਘਾਰਾ ਜਿਹੜਾ ਅਸੀਂ 84 ਦਾ ਯਾਦ ਕਰਦੇ ਹਾਂ, ਐਡਾ ਵੱਡਾ ਕਤਲੇਆਮ ਜਿਹਦੀ ਤੇ ਗਿਣਤੀ ਕੋਈ ਨਹੀਂ। ਸਾਧ ਸੰਗਤ ਗਿਣਤੀ ਕਰਦਿਆਂ ਕਰਦਿਆਂ ਕਈਆਂ ਨੇ ਆਪਣੀਆਂ ਜਾਨਾਂ ਹੀ ਦੇ ਦਿੱਤੀਆਂ। ਔਰ ਉਹ ਜਿਹੜੇ ਸਿੱਖ ਸਨ ਘੱਲੂਘਾਰਿਆਂ ਦੇ ਵਿੱਚ ਰਹੇ, ਔਰ ਉਹ ਸਾਧ ਸੰਗਤ ਜਦੋਂ ਛੰਭਾਂ ਦੇ ਵਿੱਚ ਰਹੇ ਨਾ, ਮੈਂ ਇਤਿਹਾਸ ਪੜ੍ਹਿਆ ਛੰਭਾਂ ਦਾ, ਕਾਈ ਦੇ ਬੂਟੇ ਜਿਹੜੇ ਆ ਸਾਡੇ ਸਰੀਰ ਨੂੰ ਪਛ ਲੱਗ ਜਾਂਦੇ ਆ, ਜਗ੍ਹਾ ਜਗ੍ਹਾ ਤੋਂ ਕੱਟਿਆ ਜਾਂਦਾ ਹੈ, ਉਹਨਾਂ ਛੰਭਾਂ ਦੇ ਵਿੱਚ ਰਹੇ। ਔਰ ਉਹਨਾਂ 'ਚ ਗੰਦਾ ਪਾਣੀ ਜੀ, ਉਹਦੇ ਵਿੱਚ ਡੱਡੀਆਂ, ਉਹਦੇ ਵਿੱਚ ਸੱਪ ਕਿਰਲੀਆਂ, ਜਾਣੀ ਉਹ ਗਿਣਤੀ ਕੀਤੀ ਉਹਨਾਂ ਨੇ। ਉਹਨਾਂ ਵਿੱਚ ਜੋਕਾਂ, ਫਿਰ ਜੰਗਲੀ ਜਾਨਵਰ ਉਹਨਾਂ ਦੇ ਵਿੱਚ। ਪਰ ਸੱਚ ਕਰਕੇ ਜਾਣਿਓ, ਉਹਨਾਂ ਨੇ ਸਿੱਖ ਅਖਵਾਉਣ ਵਾਸਤੇ ਏਡਾ ਵੱਡਾ ਮੁੱਲ ਤਾਰਿਆ ਜੀ, ਵੀ ਅਸੀਂ ਸਿੱਖ ਰਹੀਏ। ਏਡਾ ਵੱਡਾ ਮੁੱਲ ਤਾਰਿਆ। ਘਰ ਸੀ, ਉਹਨਾਂ ਦੀਆਂ ਜ਼ਮੀਨਾਂ ਸੀ, ਉਹਨਾਂ ਦੀ ਕਿਰਤ ਕਰਨ ਵਾਸਤੇ ਢੰਗ ਸਨ, ਪਰ ਉਹਨਾਂ ਨੇ ਛੱਡਣਾ ਪੈ ਗਿਆ ਜੀ ਸਾਰਾ ਕੁਝ। ਉਹਨਾਂ ਨੇ ਛੱਡ ਕੇ ਜੰਗਲਾਂ ਦੇ ਵਿੱਚ ਰਹੇ, ਪਹਾੜਾਂ ਵਿੱਚ ਰਹੇ, ਕੁੰਦਰਾਂ ਵਿੱਚ ਰਹੇ। ਪਰ ਉਹਨਾਂ ਦੀ ਜ਼ਬਾਨ 'ਤੇ ਪਤਾ ਕੀ ਹੁੰਦਾ ਸੀ? ਜ਼ਬਾਨ 'ਤੇ ਹੁੰਦਾ ਸੀ, ਰਾਜ ਕਰੇਗਾ ਖਾਲਸਾ। ਆ ਕੀ ਉਹਨਾਂ ਦਾ ਹਿਰਦਾ ਖਿੜਿਆ ਹੁੰਦਾ ਸੀ ਸਦਾ ਖੇੜੇ ਦੇ ਵਿੱਚ। ਪਰ ਅੱਜ ਕੋਠੀਆਂ ਵਿੱਚ ਰਹਿ ਕੇ ਵੀ ਸਾਡੀ ਜ਼ਬਾਨ 'ਚੋਂ ਇਹ ਨਹੀਂ ਜੇ ਨਿਕਲਦਾ ਕਿ ਰਾਜ ਕਰੇਗਾ ਨਹੀਂ। ਜੇ ਯਕੀਨ ਉਹਨਾਂ ਨੂੰ ਯਕੀਨ ਸੀ, ਤੇ ਸੱਚ ਕਰਕੇ ਜਾਣੋ, ਯਕੀਨ ਦੇ ਉੱਪਰ ਹੀ ਮਹਿਲ ਉਸਰਦੇ ਹੈ। ਆਉਣ ਵਾਲਾ ਸਮਾਂ ਫਿਰ ਸਿੰਘਾਂ ਦੇ ਰਾਜ ਦਾ ਹੀ ਬਣਿਆ ਸੀ। ਆਉਣ ਵਾਲਾ ਸਮਾਂ ਸਿੰਘਾਂ ਦੇ ਰਾਜ ਦਾ ਬਣਿਆ, ਜਦੋਂ ਉਹਨਾਂ ਨੇ ਰਾਜ ਕਰ ਵੀ ਲਿਆ। ਤੇ ਵੱਡੇ ਵੱਡੇ ਮਗਰਮੱਛ, ਵੱਡੇ ਵੱਡੇ ਉਹ ਬਘਿਆੜ, ਵੱਡੇ ਵੱਡੇ ਖੂਨੀ ਜਾਨਵਰ, ਉਹ ਲੋਕ ਜਿਨ੍ਹਾਂ ਦੇ ਮੁਹਾਂਦਰੇ ਮੋੜ ਕੇ ਉਹਨਾਂ ਸਿੰਘਾਂ ਨੇ ਰੱਖ ਦਿੱਤੇ ਸੀ। ਉਹਨਾਂ ਦੇ ਹਿਰਦੇ 'ਚ ਨਿਸ਼ਚਾ ਸੀ, ਖਿੜਿਆ ਸੀ ਉਹਨਾਂ ਦਾ ਹਿਰਦਾ। ਪਤਾ ਕਿਵੇਂ ਖਿੜਦਾ ਸੀ? ਨਾ ਤੇ ਉਹਨਾਂ ਨੇ ਕਦੀ ਅੰਮ੍ਰਿਤ ਵੇਲਾ ਖੁੰਝਣ ਦਿੱਤਾ ਜੀ, ਨਾ ਕਦੀ ਉਹਨਾਂ ਨੇ ਸ਼ਾਮਾਂ ਦਾ ਸਮਾਂ ਸੋਦਰ ਦੀ ਬਾਣੀ ਤੋਂ ਖੁੰਝਣ ਦਿੱਤਾ। ਕੇਵਲ ਬਾਣੀ ਹੈ ਜਿਹੜੀ ਸਦਾ ਵਿਗਾਸ ਦੇ ਵਿੱਚ ਰੱਖੇਗੀ। ਨਾਨਕ ਭਗਤਾਂ ਸਦਾ ਵਿਗਾਸ। ਉਹਨਾਂ ਦੇ ਹਿਰਦੇ 'ਚ ਵਿਗਾਸ ਤਾਂ ਆਉਂਦਾ ਕਿਉਂਕਿ ਉਹ ਭਗਤ ਬਣੇ ਤੇ ਰੱਬ ਤੋਂ ਟੁੱਟਦੇ ਨਹੀਂ ਜੀ, ਕਦੇ ਨਹੀਂ ਟੁੱਟਦੇ। ਉਹਨਾਂ ਦੇ ਹਿਰਦੇ 'ਚ ਸਦਾ ਖਿੜਿਆਪਣ ਰਹੇਗਾ। ਜਿਹੜੇ ਸਾਧ ਸੰਗਤ ਰੱਬ ਤੋਂ ਬਾਣੀ ਤੋਂ ਟੁੱਟ ਗਿਆ, ਉਹਨਾਂ ਦਾ ਮਨ ਕਿੱਦਾਂ ਖਿੜਿਆ ਰਹੇਗਾ? ਸੁੱਕਿਆ ਹੋਵੇਗਾ ਨਾ ਜੀ। ਤੇ ਫਿਰ ਉਹਨਾਂ ਦੇ ਕੋਲ ਬਹਿਣ ਵਾਲਿਆਂ ਦਾ ਕਿੱਦਾਂ ਖਿੜ ਸਕਦਾ ਹੈ? ਕਦੇ ਨਹੀਂ ਖਿੜੇਗਾ। ਬਾਣੀ ਨੇ ਸਾਡਾ ਹਿਰਦਾ ਖੇੜਨਾ ਜੀ। ਬਾਣੀ ਨੇ ਸਾਡੇ ਮਨ ਦੇ ਅੰਦਰ ਵਿਗਾਸ ਲੈ ਕੇ ਆਉਣਾ ਹੈ। ਬਾਣੀ ਨੇ ਸਾਡੇ ਮਨ ਨੂੰ ਸਦਾ ਵਾਸਤੇ ਨਰੋਆ ਰੱਖਣਾ ਹੈ। ਅੱਜ ਪਾਤਸ਼ਾਹ ਜੀ ਕਹਿੰਦੇ ਨੇ, ਆਂਦੇ ਤੇਰਾ ਕੱਲਾ ਹਿਰਦਾ ਵਿਸ਼ਾਲ ਨਹੀਂ ਹੋਵੇਗਾ, ਕਿ ਬਹੁਤ ਵੱਡਾ ਹਿਰਦਾ ਪਾਤਸ਼ਾਹ ਜੀ ਨੇ ਅਸੀਸ ਦਿੱਤੀ, ਉਹਦੇ ਨਾਲ ਨਾਲ ਤੇਰਾ ਹਿਰਦਾ ਸਦਾ ਖਿੜਿਆ ਰਹੇਗਾ। ਜਗ ਸਾਗਰ ਨਿੰਦਕ ਕਰ ਲਵਨੰ ਪਦਮ ਸਮਾਨ ਅਲੇਪਾ। ਕਹਿਣ ਲੱਗੇ ਜਗਤ ਸਾਗਰ ਦੇ ਵਿੱਚ, ਸੰਸਾਰ ਦੇ ਅੰਦਰ ਨਿੰਦਕ ਬੰਦਾ, ਨਿੰਦਿਆ ਕਰਨ ਵਾਲਾ ਜੀ, ਬੁਰਿਆਈ ਕਰਨ ਵਾਲਾ, ਉਹ ਲੂਣ ਦੇ ਵਾਂਗ ਹੈ। ਲੂਣ ਦਾ ਸੁਭਾਅ ਕੀ? ਆ ਧੁੱਪ ਦੇ ਵਿੱਚ ਰੱਖ ਦਈਏ ਖੁਰ ਫਿਰ ਵੀ ਜਾਂਦਾ ਜੀ, ਤੇ ਜੇ ਪਾਣੀ ਮਾੜਾ ਜਿਹਾ ਲੱਗ ਗਿਆ ਤੇ ਖੁਰ ਫਿਰ ਵੀ ਜਾਂਦਾ ਜੀ। ਆਂਦੇ ਇਸੇ ਤਰ੍ਹਾਂ ਉਹ ਲੂਣ ਵਰਗਾ ਸੁਭਾਅ ਹੋਵੇਗਾ ਉਹਦਾ। ਉਹ ਖੁਰ ਜਾਵੇਗਾ, ਉਹ ਗਲ ਜਾਵੇਗਾ, ਉਹਦਾ ਕੁਝ ਵੀ ਸੰਸਾਰ ਦੇ ਅੰਦਰ ਪਤਾ ਨਹੀਂ ਲੱਗਦਾ। ਜੇ ਸੁਵਾਨ ਕੂਕਤ ਰਹਿ ਐਨਸ ਨੈ ਗਜ ਮਤ ਵਿਖੇਪਾ। ਆਂਦੇ ਜਿਹੜਾ ਕੁੱਤੇ ਦੀ ਬਿਰਤੀ ਵਾਲਾ, ਕੁੱਤੇ ਦੀ ਉਦਾਹਰਨ ਦੇ ਕੇ ਕਿਹਾ ਸਾਹਿਬ ਨੇ, ਦਿਨ ਰਾਤ ਭੌਂਕਦਾ ਰਵੇ, ਦਿਨ ਰਾਤ, ਪਰ ਕਹਿੰਦੇ ਹਾਥੀ ਵਰਗੀ ਗੰਭੀਰਤਾ, ਉੱਚਾ ਸਰੀਰ ਨਹੀਂ ਜੇ ਕਦੇ ਪਾ ਸਕਦਾ। ਜਿਹਨੂੰ ਕਹਿੰਦੇ ਨਾ ਕੁੱਤੇ ਭੌਂਕਦੇ ਰਹਿੰਦੇ, ਹਾਥੀ ਆਪਣੀ ਮਸਤ ਚਾਲ ਲੰਘ ਜਾਂਦਾ। ਉਹੀ ਉਦਾਹਰਨ ਦੇ ਕੇ ਸਾਹਿਬ ਨੇ ਕਿਹਾ। ਨਿੰਦਕਾਂ ਦੀ ਗੱਲ ਕੀਤੀ, ਮਾੜੇ ਬੰਦਿਆਂ ਦੀ ਗੱਲ ਕੀਤੀ, ਜੇ ਮੂਰਖ ਮੱਤ ਵਾਲਿਆਂ ਦੀ ਗੱਲ ਕੀਤੀ। ਉਦਾਹਰਨ ਦੇ ਕੇ ਸਾਹਿਬ ਜੀ ਸਮਝਾਉਂਦੇ ਹਨ ਕਿ ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੇਨਤੀ ਕੀਤੀ ਔਰ ਖੁਸ਼ੀ ਮਨਾਈ ਕਿ ਮੈਂ ਆਪਣੇ ਘਰ ਨੂੰ ਜਾਣਾ ਹੈ। ਸੁਨ ਸ੍ਰੀ ਨਾਨਕ ਬਚਨ ਸੁਹਾਏ, ਮੁਝ ਭਾਰਦਾ ਆਨੰਦੇ। ਗੁਰੂ ਦੇ ਕੋਲ ਬਹਿ ਕੇ ਆਂਦਾ, ਗੁਰੂ ਦੇ ਬਚਨ ਮੈਨੂੰ ਭਾ ਗਏ। ਭਾ ਤੋਂ ਭਾਵ ਕਿ ਚੰਗੇ ਲੱਗੇ, ਸੋਹਣੇ ਲੱਗੇ। ਸੱਚ ਕਰਕੇ ਜਾਣੋ, ਜਿਹੜਾ ਇਹ ਬਿਰਤੀ ਲੈ ਕੇ ਆਇਆ ਨਾ ਕਿ ਮੈਂ ਗੁਰੂ ਦੀ ਬਾਣੀ ਸੁਣਨ ਵਾਸਤੇ ਚੱਲਿਆ, ਉਹਨੂੰ ਸੋਹਣੀ ਲੱਗਣੀ ਜੇ। ਜਿਹੜਾ ਇਹ ਕਹਿ ਚੱਲਿਆ ਇਕੱਲਾ ਮੱਥਾ ਹੀ ਟੇਕਣ ਚੱਲਿਆ, ਉਹਨੂੰ ਨਹੀਂ ਜੇ ਚੰਗੀ ਲੱਗਣੀ। ਤੇ ਮੈਂ ਵੀ ਬੇਨਤੀ ਕਰਦਾ ਨਾ, ਸਾਡੇ ਪਿੰਡਾਂ ਦੇ ਵਿੱਚ ਸਪੀਕਰ ਲੱਗ ਗਏ। ਅੱਜ ਉਹ ਆਵਾਜ਼ ਸਾਡੇ ਘਰਾਂ ਤੱਕ ਪਹੁੰਚਦੀ ਹੈ।
ਪਰ ਮਾफ़ ਕਰਿਓ, ਕਈ ਪਿੰਡਾਂ ਵਿੱਚ ਗਏ ਆ, ਗ੍ਰੰਥੀ ਸਿੰਘ ਕਹਿੰਦੇ ਸਾਡੇ ਸਪੀਕਰ ਬੰਦ ਕਰਵਾਤੇ ਜੀ। ਉਹਨਾਂ ਨੇ ਬੰਦ ਕਰਵਾਤੇ। ਕਿੰਨਾਂ ਨੇ? ਕਿਹੜੇ ਬੰਦਿਆਂ ਨੇ ਕਰਵਾਏ? ਜਿਨ੍ਹਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ, ਜਿਨ੍ਹਾਂ ਦੇ ਕੰਨ ਨੂੰ ਕੀ ਹੈ ਵੀ ਇਹ ਰੌਲਾ ਪਾਉਂਦੇ ਆ, ਆਵਾਜ਼ ਬਹੁਤ ਰੌਲਾ ਪੈਂਦਾ ਜੀ। ਉਹਨਾਂ ਕਹਿੰਦੇ ਬੰਦ ਕਰਵਾ ਦਿੱਤੀ, ਸਪੀਕਰ ਬੰਦ ਹੋ ਗਏ ਵੀ ਸਾਨੂੰ ਅੰਮ੍ਰਿਤ ਵੇਲੇ ਦਿਨੇ ਡਿਸਟਰਬ ਕੀਤਾ ਜਾਂਦਾ ਹੈ। ਭਾਈ ਜੇ ਬਾਣੀ ਡਿਸਟਰਬ ਕਰਦੀ ਹੈ, ਸੱਚ ਕਰਕੇ ਜਾਣੋ ਕਿੰਨਾ ਸ਼ੋਰ ਸ਼ਰਾਬਾ ਹੈ, ਉਹ ਸਾਡਾ ਕੀ ਕਰਦਾ ਹੋਵੇਗਾ? ਕਿੰਨਾ ਰੌਲਾ ਰੱਪਾ ਪੈਂਦਾ, ਉਹ ਸਾਡਾ ਕੀ ਕਰਦਾ ਹੋਵੇਗਾ? ਨਹੀਂ, ਸਾਡੀਆਂ ਟੈਨਸ਼ਨਾਂ ਲਾਉਣੀਆਂ ਤੇ ਇਸ ਬਾਣੀ ਨੇ ਲਾਉਣੀਆਂ ਜੀ। ਸਾਡੇ ਦੁੱਖ ਲਾਉਣੇ ਤੇ ਇਸ ਗੁਰੂ ਨੇ ਲਾਉਣੇ ਜੀ। ਸਾਡੇ ਮਨ ਦੇ ਭਾਰ ਨੂੰ ਹੌਲਾ ਕਰਨਾ ਹੈ ਨਾ, ਕੋਈ ਨਹੀਂ ਕਰ ਸਕਦਾ। ਇੱਥੇ ਤੇ ਪੰਡਾਂ ਲੈ ਕੇ ਸਾਰੇ ਭਾਰੀਆਂ ਬੈਠੇ ਆ। ਜੇ ਕਿਸੇ ਨੇ ਸਾਡੀ ਭਾਰੀ ਪੰਡ ਲਾਉਣੀ ਹੈ ਤੇ ਇਸ ਪਰਮੇਸ਼ਰ ਇਹ ਗੁਰੂ ਨੇ ਲਾਉਣੀ, ਤੇ ਅਸੀਂ ਉਹਨੂੰ ਕਹਿੰਦੇ ਤੇਰੀ ਬਾਣੀ ਚੰਗੀ ਨਹੀਂ ਲੱਗਦੀ। ਸਾਡੇ ਕੰਨਾਂ ਦੇ ਵਿੱਚ ਆਵਾਜ਼ ਬਹੁਤ ਹੀ ਆਉਂਦੀ ਹੈ। ਜਿਹੜੇ ਸੁਣਨ ਦੀ ਭਾਵਨਾ ਦੇ ਨਾਲ ਉਹ ਆ ਕੇ ਬਹਿ ਕੇ ਕਹਿੰਦੇ ਨੇ ਗੁਰੂ ਦੇ ਕੋਲ ਗਏ ਸਾਂ, ਅੱਜ ਗੁਰੂ ਨੇ ਸਾਡੀ ਝੋਲੀ ਭਰ ਦਿੱਤੀ ਹੈ ਜੀ। ਕਿਉਂਕਿ ਬੜਾ ਕੁਝ ਮੇਰੇ ਦਾਤੇ ਨੇ ਸਾਨੂੰ ਦਿੱਤਾ ਹੈ, ਸੁਣਾਇਆ ਹੈ, ਸਿੱਧਾ ਰਸਤਾ ਦੇ ਦਿੱਤਾ। ਤੇ ਜਿਹੜੇ ਕੱਲਾ ਮੱਥਾ ਟੇਕਣ ਵਾਸਤੇ ਜਾਂ ਉਹੋ ਜੀ ਬਿਰਤੀ ਵਾਲੇ, ਫਿਰ ਨਹੀਂ, ਉਹ ਕਹਿਣਗੇ ਜਿਹੋ ਜਿਹੇ ਆਏ ਉਹੋ ਜਿਹੇ ਅਸੀਂ ਵਾਪਸ ਚਲੇ ਗਏ ਹਾਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਬਾਲਾ ਆ ਕੇ ਬਹਿੰਦਾ, ਕਹਿੰਦਾ ਗੁਰੂ ਦੇ ਬਚਨ ਮੈਨੂੰ ਬਹੁਤ ਸੋਹਣੇ ਲੱਗੇ। ਤੇ ਅਗਲਾ ਬਚਨ ਕਿਆ ਕਹਿੰਦਾ, ਮੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ। ਖੇੜਾ, ਆਨੰਦ ਤੋਂ ਭਾਵ ਹੈ ਖੇੜਾ ਆਉਣਾ, ਖੁਸ਼ੀ ਆਉਣੀ, ਮੰਗਲਮਈ ਬਣ ਜਾਣਾ। ਤੇ ਉਹਨੇ ਦੂਜੇ ਬਚਨ ਕਿਹਾ, ਕਹਿੰਦਾ ਮੇਰੇ ਜੀਵਨ ਦੇ ਵਿੱਚ ਹਿਰਦੇ ਦੇ ਅੰਦਰ ਆਨੰਦ ਛਾ ਗਿਆ। ਮੈਨੂੰ ਗੱਲ ਫਿਰ ਚੇਤੇ ਆ ਗਈ, ਜਿੱਦਣ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਾਂਦੇ, ਸਭ ਤੋਂ ਵੱਡੀ ਆਨੰਦ ਦੀ ਜੇ ਕਿਤੇ ਆਪਾਂ ਵਿਸਥਾਰ ਕਰਨਾ ਹੋਵੇ ਨਾ, ਵਿਆਖਿਆ ਕਰਨੀ ਹੋਵੇ, ਆਨੰਦ ਸਾਹਿਬ ਬਾਣੀ ਪੜ੍ਹ ਲਿਓ, ਸੱਚ ਕਰਕੇ ਜਾਣੋ ਪੌੜੀ ਦਰ ਪੌੜੀ ਪਰਮੇਸ਼ਰ ਨਾਲ ਮਿਲਾ ਦੇਵੇਗੀ। ਪੌੜੀ ਦਰ ਪੌੜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ, ਫਿਰ ਜਾ ਕੇ ਆਨੰਦ ਆਉਂਦਾ ਹੈ। ਤੇ ਜੇ ਮਨੋਰਥ ਹੀ ਪੂਰੇ ਨਾ ਹੋਏ ਫਿਰ ਤੇ ਪਵੇਗਾ ਨਾ ਆਹ ਤੇ ਕੰਮ ਪੂਰਾ ਹੋਇਆ ਨਹੀਂ ਅਜੇ, ਜੇ ਮਨੋਰਥ ਹੀ ਰਹਿ ਗਿਆ ਸਾਡੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆ ਦੇ ਆਨੰਦ ਬਾਰੇ ਵੀ ਕਿਹਾ ਜੀ। ਸਾਹਿਬ ਜੀ ਕਹਿਣ ਲੱਗੇ ਆਨੰਦ ਆਨੰਦ ਸਭ ਕੋ ਕਹੈ, ਸਾਰੇ ਕਹਿੰਦੇ ਹੈ ਆਨੰਦ ਗੁਰੂ ਤੇ ਜਾਣਿਆ। ਆਂਦੇ ਮੈਨੂੰ ਨਹੀਂ ਕਿਤੋਂ ਪ੍ਰਾਪਤ ਹੋਇਆ ਆਨੰਦ। 62 ਸਾਲ ਦੀ ਉਮਰ ਹੋਈ ਜਦੋਂ ਗੁਰੂ ਦੇ ਕੋਲ ਗਏ, ਤੇ ਲਗਭਗ 12 ਸਾਲ ਸੇਵਾ ਨਿਭਾਈ ਲਗਭਗ, ਤੇ ਗੁਰਤਾ ਗੱਦੀ ਮਿਲੀ 74 ਸਾਲ ਦੀ, 75 ਸਾਲ ਦੀ ਉਮਰ ਦੇ ਵਿੱਚ ਜਾ ਕੇ। ਇੰਨਾ ਲੰਮਾ ਸਮਾਂ ਆਨੰਦ ਹੀ ਲਿਆ ਜੇ ਉਹਨਾਂ ਨੇ। ਤੇ ਫਿਰ ਇਹ ਬਚਨ ਹਿਰਦਿਓਂ ਨਿਕਲੇ ਸੀ, ਇਹ ਇਕੱਲੇ ਲਖਾਰੀ ਵਾਂਗੂ ਲੇਖ ਹੀ ਨਿਕਲੇ ਦਿੱਤੇ ਉਹਨਾਂ ਨੇ। ਆਨੰਦ ਲਿਆ ਪਹਿਲਾਂ ਨੇ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਂਦੇ ਮੈਨੂੰ ਤੇ ਅਸਲ ਆਨੰਦ ਮੇਰੇ ਗੁਰੂ ਦੇ ਕੋਲੋਂ ਪ੍ਰਾਪਤ ਹੋਇਆ, ਜਿੱਦਣ ਮੇਰੇ ਮਨੋਰਥ ਹੀ ਸਾਰੇ ਉਹਨੇ ਪੂਰੇ ਕਰਕੇ ਰੱਖ ਦਿੱਤੇ। ਉਹ ਕਿਹੜਾ ਗੁਰੂ ਸੀ ਜਿਹੜਾ ਇਹ ਕਹਿ ਗਿਆ ਤੇਰੇ ਨਾਲ ਮੈਂ ਪ੍ਰਸ਼ਾਦਾ ਛਕਿਆ, ਮੇਰਾ ਤੇ ਆਪਣਾ ਜੀਵਨ ਭ੍ਰਸ਼ਟ ਹੋ ਗਿਆ ਹੈ ਜੀ? ਨਹੀਂ, ਉਹ ਤੇ ਅਧੂਰੇ ਹੈ। ਜਿਹਦੇ ਕੋਲ ਬਹਿ ਕੇ ਰੰਗਤ ਹੀ ਨਾ ਚੜੇ ਗੁਰੂ ਦੇ, ਉਹ ਗੁਰੂ ਕਿਹੜਾ ਹੋ ਸਕਦਾ? ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਇਹਦੀ ਤੇ ਪਹਿਲੀ ਨਿਸ਼ਾਨੀ ਇਹ ਹੈ, ਜਿਹੜੇ ਗੁਰੂ ਦੇ ਕੋਲ ਬਹਿ ਕੇ ਆਨੰਦ ਆਇਆ, ਅਸਲ ਤੇ ਉਹ ਗੁਰੂ ਹੈ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਦਾ ਬਿਨ ਸਜਾਈ। ਜੇ ਦੁਬਦਾ ਹੀ ਖਤਮ ਨਾ ਹੋਈ, ਹਰ ਪਰਮ ਪਦ ਲਹੀਐ, ਤੇ ਪਰਮੇਸ਼ਰ ਕਿੱਦਾਂ ਮਿਲੇਗਾ ਜੀ? ਪਰਮੇਸ਼ਰ ਨਹੀਂ ਜੇ ਕਦੇ ਮਿਲ ਸਕਦਾ ਜੇ ਮਨ ਦੀ ਦੁਬਦਾ ਨਾ ਮੁੱਕੀ, ਜੇ ਮਨ ਦੇ ਅੰਦਰ ਖੇੜੇ ਦੀ ਅਜੇ ਤੱਕ ਅਵਸਥਾ ਨਹੀਂ ਬਣੀ। ਭਾਈ ਬਾਲੇ ਨੇ ਇਹ ਗੱਲ ਕਹੀ। ਆਂਦਾ ਇੱਕ ਤੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਬਹੁਤ ਸੋਹਣਾ ਲੱਗਾ ਬਚਨ ਸੁਣ ਕੇ, ਦੂਜਾ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਮੇਰਾ ਹਿਰਦਾ ਆਨੰਦ ਵਿੱਚ ਆ ਗਿਆ। ਤਲਵੰਡੀ ਕੇ ਮਾਰਗ ਚਲ ਕਰ ਆਇਓ ਆਪਨ ਨਿਕੇਤਾ। ਭਾਈ ਬਾਲੇ ਨੇ ਅਸੀਸਾਂ ਲਈਆਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਸੋਂ, ਤੇ ਤਲਵੰਡੀ ਨੂੰ ਜਾਣ ਵਾਸਤੇ ਰਸਤਾ ਪਕੜਿਆ ਹੈ। ਮੁਝ ਪਸਚਾਤ ਸੁਨਹੁ ਗੁਰੂ ਅੰਗਦ ਸ੍ਰੀ ਬੇਦੀ ਕੁਲ ਕੀਤਾ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਇਤਿਹਾਸ ਗੁਰੂ ਸਾਹਿਬਾਨਾਂ ਦਾ ਸੁਣਾਇਆ ਜਾ ਰਿਹਾ। ਆਂਦੇ ਮੇਰੇ ਤੋਂ ਬਾਅਦ ਜੋ ਕੁਝ ਹੋਇਆ
ਉਹ ਇਤਿਹਾਸ ਬਿਆਨ ਹੈ। ਭੈ ਪ੍ਰਸੀਦਾ ਸੂਸਾ ਪਰ ਅਤਿਸ਼ੇ ਕਵਨੇ ਪੁਨੇ ਉਦਿਆਨਾ। ਔਰ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਭੈਣ ਜੀ ਤੇ ਬੜੇ ਪ੍ਰਸੰਨ ਹੋਏ ਤੇ ਫਿਰ ਆਪਣੀ ਪਹਿਲੀ ਥਾਂ ਜਿੱਦਾਂ ਜੰਗਲਾਂ ਦੇ ਵਿੱਚ, ਉਦੋਂ ਜੰਗਲ ਸੀ ਨਾ ਬਹੁਤੇ ਜੀ, ਉਦਾਸੀਆਂ ਕਰਨ ਵਾਸਤੇ ਜੰਗਲ ਵੱਲ ਚਲੇ ਗਏ ਹਨ। ਭੈ ਇਕੰਤ ਜੈ ਮਨ ਨ ਆਵੈ ਕਰੁਣਾ ਨਿਦਗਤ ਦਾਨਾ। ਇੱਕ ਜਗ੍ਹਾ ਇਕਾਂਤ ਵਾਸ, ਜਿੱਥੇ ਕੋਈ ਆਉਂਦਾ ਨਹੀਂ, ਡਿਸਟਰਬ ਨਹੀਂ ਸੀ ਕਰਦਾ। ਮੁਕਤੀ ਦਾ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਾ ਕੇ ਆਸਣ ਲਾਉਂਦੇ ਹਨ। ਕਮਲ ਬਦਨ ਪ੍ਰਾਚੀਤ ਸਜੈ ਕੋ ਵਾਕ ਅਲਕ ਪਰਮਾਨਾ। ਸੋਹਣੇ ਕਮਲਾਂ ਵਰਗੇ, ਕੌਲ ਫੁੱਲ ਵਰਗਾ ਉਹਨਾਂ ਦਾ ਮੁਖੜਾ ਭਾਈ ਸਾਹਿਬ ਨੇ ਲਿਖਿਆ। ਸੋਹਣਾ ਲੱਗਦਾ ਨਾ ਕੌਲ ਫੁੱਲ। ਇਸੇ ਤਰ੍ਹਾਂ ਕਹਿੰਦੇ ਉਹਨਾਂ ਦਾ ਮੁਖੜਾ ਸੀ ਔਰ ਉਹਨਾਂ ਦੇ ਬਚਨ ਸੂਰਜ ਦੀ ਤਰ੍ਹਾਂ ਸਭਨਾਂ ਨੂੰ ਇੱਕੋ ਜੀ ਰੌਸ਼ਨੀ ਵੰਡਣ ਵਾਲੇ, ਨਿੱਘ ਦੇਣ ਵਾਲੇ ਹਨ। ਕਿੰਕਰ ਉਰਥੋ ਪਰਮਤਿ ਮਰਹਰ ਤਲ ਕਲਮਲ ਉਡਨਾਨਾ। ਆਪਣੇ ਸੇਵਕਾਂ, ਆਪਣੇ ਸਿੱਖਾਂ ਦੇ ਭਰਮਾਂ ਰੂਪੀ ਹਨੇਰੇ ਨੂੰ ਦੂਰ ਕਰਨ ਵਾਲੇ, ਗੁਰੂ ਦੇ ਕੋਲ ਆਇਆ ਭਰਮ ਨਹੀਂ ਰਹਿੰਦਾ, ਕਦੇ ਹਨੇਰਾ ਨਹੀਂ ਬਣਿਆ ਰਹਿੰਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਪਾਂ ਰੂਪੀ ਤਾਰਿਆਂ ਨੂੰ ਸੁੱਟ ਦੇਣ ਵਾਲੇ, ਤੋੜਨ ਵਾਲੇ ਹਨ। ਗਇਓ ਰਬਾਬ ਨੇਕ ਗੁਰ ਮੈਂ ਕੋਜਤ ਪਾ ਮਰਦਾਨਾ। ਇਧਰ ਭਾਈ ਮਰਦਾਨਾ ਜੀ ਜਿਹੜੇ ਰਬਾਬ ਲੈਣ ਵਾਸਤੇ ਗਏ ਨੇ, ਇਤਿਹਾਸ ਬਿਆਨ ਕਰਦਾ ਹੈ ਕਿ ਨਗਰ ਦੇ ਵਿੱਚ ਉਸ ਸਿੱਖ ਨੂੰ ਲੱਭਦੇ ਫਿਰਦੇ ਜਿੱਥੋਂ ਰਬਾਬ ਲੈਣੀ ਹੈ। ਨਗਰ ਦੇ ਵਿੱਚ ਘੁੰਮਦੇ ਪਏ ਹਨ, ਜਗ੍ਹਾ ਜਗ੍ਹਾ ਤੇ ਗਏ ਲੱਭਣ ਵਾਸਤੇ। ਸੁਨੈ ਡੂਮ ਕੋ ਸਦਨੇ ਜੀਵਾ ਬੂਝੈ ਜਾਏ ਸੁਜਨਾ। ਜਿੱਥੇ ਵੀ ਭਾਈ ਮਰਦਾਨਾ ਜੀ ਜਾਂਦੇ ਨੇ ਉਹਨਾਂ ਨੂੰ ਡੂਮ ਕਰਕੇ ਲਿਖਿਆ ਜੀ, ਡੂਮ ਮਰਾਸੀ। ਔਰ ਭਾਈ ਮਰਦਾਨਾ ਜੀ ਜਿੱਥੇ ਵੀ ਜਾਂਦੇ, ਜਿਨ੍ਹਾਂ ਨੂੰ ਵੀ ਕੁਝ ਦੱਸਦੇ ਹਨ ਔਰ ਉਹਨਾਂ ਦੀ ਗੱਲ ਸੁਣਦੇ ਹਨ। ਆਦਰ ਗੁਰ ਮੈਂ ਦੇ ਨਾ ਕੋ ਅਸਵਿਦ ਬਾਕ ਲਾਵੇ। ਪਰ ਇੱਥੇ ਇੱਕ ਅਜੀਬ ਜੀ ਘਟਨਾ, ਭਾਈ ਮਰਦਾਨਾ ਜਿਨ੍ਹਾਂ ਨੂੰ ਬ੍ਰਾਹਮਣਾਂ ਦੇ ਵਿੱਚ ਤੇ ਸ਼ੂਦਰ ਹੈ ਤੇ ਇਹਨਾਂ ਦੇ ਵਿੱਚ ਵੀ ਜਾਤਾਂ ਪਾਤਾਂ ਸੀ ਨਾ, ਸਭ ਤੋਂ ਨੀਵੀਂ ਜਾਤ ਦੇ ਵਿੱਚੋਂ ਇਹ ਹੈ ਭਾਈ ਮਰਦਾਨਾ। ਸਾਧ ਸੰਗਤ ਇੱਕ ਬੇਨਤੀ ਕਰਾਂ, ਰਾਗੀ, ਢਾਡੀ, ਕਵੀਸ਼ਰ, ਕਵੀ ਜਨ, ਕਥਾਵਾਚਕ, ਇਹਨਾਂ ਦਾ ਮਾਣ ਸਨਮਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉੱਚਾ ਕੀਤਾ ਜੀ। ਇਹ ਦੱਸਣ 'ਚ ਮੈਨੂੰ ਕੋਈ ਗੁਰੇਜ਼ ਨਹੀਂ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਤੋਂ ਪਹਿਲਾਂ ਇਹ ਲੋਕ ਰਾਜਿਆਂ ਦੀ ਉਸਤਤ ਕਰਿਆ ਕਰਦੇ ਸਨ, ਮਹਾਰਾਜਿਆਂ ਦੀ ਉਸਤਤ ਕਰਿਆ ਕਰਦੇ ਸਨ। ਹੈ ਪਹਿਲਾਂ ਵੀ ਇਹ ਕਿੱਤਾ, ਪਰ ਉਹ ਰਾਜਿਆਂ ਦੀ ਉਸਤਤ ਵਡਿਆਈ ਕਰਨੀ ਔਰ ਰਾਜੇ ਨੇ ਜੋ ਖੈਰ ਪਾਉਣੀ ਉਹ ਲੈ ਕੇ ਤੇ ਘਰ ਆ ਜਾਣਾ ਤੇ ਆਪਣੇ ਬੱਚਿਆਂ ਨੂੰ ਪਾਲਣਾ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਮਾਂ ਆਇਆ, ਅਗਾਂਹ ਗੁਰੂ ਸਾਹਿਬਾਨਾਂ ਨੇ ਰਹਿਮਤ ਕੀਤੀ ਇਹਨਾਂ ਦੇ ਉੱਪਰ। ਆ ਭੱਟ ਸਾਹਿਬਾਨਾਂ ਦੀ ਬਾਣੀ ਹੈ ਨਾ ਜੀ, ਜਿਹੜਾ ਇਹ ਭੱਟ ਉਹੀ ਹੈ ਜਿਹੜੇ ਰਾਜਿਆਂ ਦੀ ਮਹਿਮਾ ਗਾਉਂਦੇ ਰਹੇ। ਇਹਨਾਂ ਨੂੰ ਕੁਝ ਨਹੀਂ ਮਿਲਿਆ ਉਹਨਾਂ ਦੇ ਕੋਲੋਂ, ਫਿਰ ਹਾਰ ਕੇ ਥੱਕ ਕੇ ਆਏ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਆਏ, ਇਹਨਾਂ ਨੇ ਕਿਹਾ ਵੀ ਐਡਾ ਆਨੰਦ ਨਹੀਂ ਕਿਤੋਂ ਮਿਲਿਆ, ਝੋਲੀਆਂ ਕਿਤੋਂ ਨਹੀਂ ਭਰੀਆਂ। ਵੱਡੇ ਵੱਡੇ ਰਾਜਿਆਂ ਦੇ ਦਰ ਤੇ ਜਾ ਕੇ ਗਾਇਆ ਬੜਾ ਹੈ, ਬੜਾ ਗਾਉਂਦੇ ਰਹੇ। ਕਵੀ, ਕਵੀਸ਼ਰ, ਢਾਡੀ, ਕਥਾਵਾਚਕ, ਰਾਗੀ ਸਾਹਿਬਾਨ, ਕੋਈ ਵੀ ਲੈ ਲਈ, ਇੱਕੋ ਕੈਟਾਗਰੀ ਹੈ ਤੇ ਮਹਿਮਾ ਅਕਾਲ ਦੀ ਹੈ। ਆਂਦੇ ਉਹ ਪਹਿਲਾਂ ਰਾਜਿਆਂ ਦੀ ਦੁਨਿਆਵੀ ਉਸਤਤ ਸੀ ਤੇ ਕੁਝ ਨਹੀਂ ਪ੍ਰਾਪਤ ਹੋਇਆ ਤੇ ਉਹਨਾਂ ਨੂੰ ਕੀ ਦਰਾਂ ਤੇ ਬਿਠਾਇਆ ਜਾਂਦਾ ਸੀ, ਬਾਹਰ ਬਹਿ ਕੇ ਉਸਤਤ ਕਰ, ਦਰਾਂ ਤੇ। ਕੋਈ ਉਹਨਾਂ ਨੂੰ ਆਦਰ, ਕੋਈ ਮਾਣ, ਕੋਈ ਸਨਮਾਨ ਨਹੀਂ। ਪਰ ਜਿੱਦਣ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ, ਜਿੱਦਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਦਇਆ ਵਰਤੀ, ਉਦਣ ਭੱਟ ਸਾਹਿਬਾਨ ਨੂੰ ਆਪਣੀ ਜਗ੍ਹਾ, ਆਪਣੇ ਕੋਲ ਬਿਠਾ ਕੇ ਮਾਣ ਸਨਮਾਨ ਤੇ ਦੁਨੀਆ ਤੋਂ ਮੱਥੇ ਟਿਕਾ ਦਿੱਤੇ, ਮੱਥੇ ਟਿਕਾਏ। ਆਦੇ ਤੁਸੀਂ ਪਹਿਲਾਂ ਕਰ ਦਿਓ ਇੱਕ ਸਰੀਰ ਦੀ ਵਡਿਆਈ। ਆਪ ਸੁਣਿਓ ਜੀ ਸਾਧ ਸੰਗਤ, ਉਹ ਇੱਕ ਸਰੀਰ ਦੀ ਵਡਿਆਈ ਰਾਜੇ ਮਹਾਰਾਜੇ, ਉਹ ਦੁਨਿਆਵੀ ਉਹਨਾਂ ਦੀ ਉਸਤਤੀ ਹੈ। ਪਰ ਜਦੋਂ ਅੱਜ ਅਕਾਲ ਦੀ ਉਸਤਤ ਕਰੋਗੇ ਨਾ, ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਉਸਤਤ ਕਰੋਗੇ, ਉਹਦੀ ਮਹਿਮਾ ਗਾਓਗੇ, ਸੱਚ ਕਰਕੇ ਜਾਣੋ ਐਡਾ ਵੱਡਾ ਰੁਤਬਾ ਹੋਵੇਗਾ, ਦੁਨੀਆ ਦੇ ਲੋਕ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋ ਜਾਣਗੇ। ਸਾਧ ਸੰਗਤ ਇੱਕ ਬੇਨਤੀ ਕਰਾਂ, ਇਹਦੇ 'ਚ ਸਾਡਾ ਕੋਈ ਮਾਣ ਨਹੀਂ ਜੀ,
ਇਹ 'ਚ ਕੁਝ ਨਹੀਂ, ਜਿੰਨਾ ਕੁਝ ਦਿੱਤਾ ਐਸ ਪਰਮੇਸ਼ਰ, ਇਹ ਗੁਰੂ ਨੇ ਦਿੱਤਾ ਹੈ। ਜੇ ਅੱਜ ਚਾਰ ਸਰੀਰ ਜਿਹੜੇ ਸੰਗਤਾਂ ਹੱਥ ਜੋੜ ਕੇ ਖਲੋਂਦੀਆਂ ਨਾ ਸਾਹਮਣੇ, ਇਹ ਸਾਡਾ ਕਰਕੇ ਨਹੀਂ ਹੈ, ਇਹ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਡੀ ਬਾਂਹ ਉੱਚੀ ਕਰਕੇ ਸਾਡਾ ਰੁਤਬਾ ਹੀ ਏਡਾ ਉੱਚਾ ਕਰ ਦਿੱਤਾ ਹੈ। ਪਰ ਮੇਰੇ ਦਾਤੇ ਨੇ ਕਿਹਾ ਸੀ, ਜਿੱਦਣ ਅਕਾਲ ਤੋਂ ਟੁੱਟ ਕੇ ਬੰਦਿਆਂ ਦੀ ਉਸਤਤ ਕਰਨ ਲੱਗ ਪਿਆ ਨਾ, ਫਿਰ ਉਸੇ ਤਰ੍ਹਾਂ ਡੂਮ ਵਾਲੀ ਜਗ੍ਹਾ ਤੇ ਚੱਲ ਜਾਏਗਾ। ਜਿੱਦਣ ਸਰੀਰਾਂ ਦੀ ਉਸਤਤੀ ਹੋਣ ਲੱਗ ਪਈ ਨਾ, ਉਸੇ ਜਗ੍ਹਾ ਤੇ ਫਿਰ ਚਲੇ ਜਾਵੇਗਾ ਜਿੱਥੋਂ ਤੈਨੂੰ ਉਹ ਚਿੱਕੜ ਚੋਂ ਬਾਹਰ ਕੱਢਿਆ ਸੀ। ਆਹੀ ਕਾਰਨ ਹੈ। ਭਾਈ ਮਰਦਾਨਾ ਜੀ ਗਏ ਔਰ ਜਾ ਕੇ ਜਦੋਂ ਰਬਾਬ ਲੱਭਦੇ ਪਏ ਹੈ, ਜਿਹਦੇ ਕੋਲ ਵੀ ਗਏ ਉਹਨੂੰ ਪਤਾ ਲੱਗਾ ਇਹ ਗੁਰੂ ਨਾਨਕ ਦਾ ਡੂਮ ਹੈ, ਗੁਰੂ ਨਾਨਕ ਦਾ ਸਾਥੀ ਹੈ। ਉਹਨਾਂ ਨੇ ਕੋਈ ਆਦਰ ਨਹੀਂ ਦਿੱਤਾ ਔਰ ਆਪਣੀ ਜ਼ਬਾਨ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਬਚਨ ਆਖਦੇ ਹਨ। ਕਿੱਡਾ ਵੱਡਾ ਸ਼ਬਦ ਕਿਹਾ, ਕਹਿੰਦੇ ਇੱਕ ਤੇ ਤੂੰ ਮਰਾਸੀ ਹੈ, ਇੱਕ ਤੇ ਤੂੰ ਮਰਾਸੀ ਆ, ਦੂਸਰਾ ਸ਼ਬਦ ਆਂਦੇ ਤੂੰ ਉਹਦਾ ਡੂਮ ਹੈ ਜਿਹੜਾ ਆਪ ਕੁਰਾਏ ਪਿਆ ਹੋਇਆ ਹੈ, ਜਿਹਦਾ ਕੋਈ ਰਸਤਾ ਨਹੀਂ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਜਦੋਂ ਕੁਰਾਇਆ ਸ਼ਬਦ ਕੋਈ ਕਹਿ ਦੇਵੇ ਜੀ, ਚਲੋ ਇਹਦੇ 'ਚ ਤਾਂ ਗੁੱਸਾ ਕੀ ਕਰਨਾ, ਮੇਰੇ ਦਾਤੇ ਨੇ ਬਾਣੀ ਵਿੱਚ ਹੀ ਕਿਹਾ ਹੈ ਨਾ, ਆਦਾ ਕੋਈ ਸਾਨੂੰ ਭੂਤਨਾ ਕਹਿੰਦਾ, ਕੋਈ ਬਤਾਲਾ ਕਹਿੰਦਾ, ਕੋਈ ਕੁਰਾਈਆ ਕਹੀ ਜਾਂਦਾ ਹੈ, ਸਾਨੂੰ ਕੋਈ ਗੁੱਸਾ ਨਹੀਂ, ਕਿਉਂਕਿ ਜਿੰਨੀ ਮੱਤ ਹੈ ਉਹੀ ਵਰਤੇਗਾ ਨਾ ਕੋਈ, ਇਹ 'ਚ ਗੁੱਸਾ ਕਿਹੜੀ ਗੱਲ ਦਾ। ਪਰ ਅਸਲੀਅਤ ਇਹ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਕਈ ਕੁਰਾਏ ਪਿਆਂ ਨੂੰ ਰਸਤੇ 'ਤੇ ਲਿਆਉਣ ਵਾਸਤੇ ਆਏ ਨੇ, ਕਈ ਕੁਰਾਏ ਪਏ ਨੂੰ, ਕਈ ਭੂਤ ਬੇਤਾਲੇ ਬਣੇ ਸਨ। ਸੱਚੇ ਪਾਤਸ਼ਾਹ ਮਹਾਰਾਜ ਨੇ ਅੰਦਰ ਦੇ ਭੂਤ ਮਾਰ ਕੇ, ਬੇਤਾਲੇ ਮਾਰ ਕੇ, ਮੇਰੇ ਦਾਤੇ ਨੇ ਉਹਨਾਂ ਦੇ ਅੰਦਰ ਦਾ ਇਨਸਾਨ ਨਹੀਂ ਦੇਵਤਾ ਜਗਾਇਆ ਸੀ, ਦੇਵਤੇ ਬਣਾਇਆ ਉਹਨਾਂ ਨੇ। ਤੇ ਜਦੋਂ ਭਾਈ ਮਰਦਾਨੇ ਦੇ ਸਾਹਮਣੇ ਇਹ ਗੱਲਾਂ ਕਹੀਆਂ, ਭਾਈ ਸਾਹਿਬ ਜੀ ਕਹਿੰਦੇ ਭਾਈ ਮਰਦਾਨੇ ਦੇ ਕੰਨਾਂ ਨੇ ਜਦੋਂ ਇਹ ਗੱਲ ਸੁਣੀ, ਉਹਨਾਂ ਨੂੰ ਦਿਲ ਕਰਕੇ ਬੜਾ ਗੁੱਸਾ ਆਇਆ ਹੈ। ਆਂਦੇ ਫਿਰਦਾ ਫਿਰਦਾ ਭਾਈ ਮਰਦਾਨਾ ਥੱਕ ਗਿਆ ਜੀ, ਰਬਾਬ ਨਹੀਂ ਕਿਤੇ ਮਿਲੀ। ਤੇ ਦੂਸਰਾ ਜਿਹੜੇ ਨਿੰਦਕ ਲੋਕ, ਗੁਰੂ ਘਰ ਨੂੰ ਮਾੜਾ ਕਹਿਣ ਵਾਲੇ, ਉਹਨਾਂ ਦੇ ਬਚਨ, ਉਹਨਾਂ ਦੇ ਕੰਨਾਂ ਦੇ ਨਾਲ ਗੱਲਾਂ ਸੁਣੀਆਂ ਹਨ। ਸੁਣ ਮਨ ਮੈਂ ਦੁਖੀਅਤ ਪਇਓ, ਕਛ ਬਸ ਆਪਣੇ ਚਲੈਨ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਨ ਦੇ ਅੰਦਰ ਜਿੱਥੇ ਦੁੱਖ ਹੋਇਆ, ਬੇਵਸ ਵੀ ਹਾਂ ਕਿ ਮੈਂ ਇਹ ਕਰ ਵੀ ਕੁਝ ਨਹੀਂ ਸਕਦਾ। ਇਹਦੇ ਵੱਡੇ ਵੱਡੇ ਲੋਕ ਦਖਾਨਾ ਪਾ ਕੇ ਬੈਠੇ, ਘਰਾਂ ਦੇ ਮਾਲਕ, ਇੰਨੀਆਂ ਜ਼ਮੀਨਾਂ ਦੇ ਮਾਲਕ, ਮੈਂ ਇਹਨਾਂ ਦੇ ਅੱਗੇ ਕੀ ਹਾਂ। ਬੇਵਸ ਮਜਬੂਰ ਜਾਂ ਨਹੀਂ ਬੰਦਾ ਹੋ ਜਾਂਦਾ। ਇਸੇ ਤਰ੍ਹਾਂ ਦੁੱਖ ਤੇ ਬੜਾ ਲੱਗਦਾ। ਸਾਧ ਸੰਗਤ ਬੇਨਤੀ ਕਰਾਂ, ਕਈ ਵਾਰੀ ਜਿਹੜੇ ਲੋਕ ਗੁਰੂ ਦੀ ਬਾਬਤ ਏਡੇ ਭੈੜੇ ਸ਼ਬਦ ਵਰਤਦੇ ਨੇ, ਜਾਂ ਸਾਡੇ ਸ਼ਹੀਦਾਂ ਦੇ ਪਰਥਾਏ ਬੜੇ ਭੈੜੇ ਸ਼ਬਦ ਵਰਤਦੇ ਨੇ, ਮਨ ਤੇ ਬੜਾ ਦੁਖੀ ਹੁੰਦਾ ਹੈ। ਪਰ ਕਿਤੇ ਜਾ ਕੇ ਬੇਵਸ ਹੋ ਜਾਂਦੇ ਆ, ਕਿਤੇ ਜਾ ਕੇ। ਔਰ ਭਾਈ ਮਰਦਾਨਾ ਜੀ ਉੱਥੇ ਜਾ ਕੇ ਬੇਵਸ ਹੋ ਗਏ। ਆਂਦੇ ਅੱਜ ਮਜਬੂਰ ਆ, ਕੋਈ ਵਸ ਨਹੀਂ ਚੱਲ ਰਿਹਾ, ਮੈਂ ਇਹਨਾਂ ਨੂੰ ਕੋਈ ਜਵਾਬ ਦੇ ਸਕਾਂ। ਸਾਰਾ ਕੁਝ ਹੀ ਆਪਣੇ ਅੰਦਰ ਰੱਖ ਕੇ, ਸਹਿ ਕੇ ਉਹਨਾਂ ਲੋਕਾਂ ਦੀਆਂ ਗੱਲਾਂ। ਫਿਰ ਭਾਈ ਮਰਦਾਨਾ ਜੀ ਵਾਪਸ ਆਏ, ਭਰੇ ਮਨ ਦੇ ਨਾਲ ਕੋਲ ਆ ਕੇ ਬਹਿ ਕੇ, ਜਿੱਦਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਅੰਦਰਲਾ ਹਿਰਦਾ ਦੱਸਿਆ ਨਾ, ਕੱਲੀ ਕੱਲੀ ਗੱਲ ਖੋਲ੍ਹ ਕੇ ਕਹੀ, ਉਹ ਕੱਲ੍ਹ ਦੇ ਇਤਿਹਾਸ ਦੇ ਵਿੱਚ ਸਾਂਝ ਪਾਵਾਂਗੇ ਜੀ। ਫਿਰ ਕਿਵੇਂ ਮੇਰੇ ਦਾਤੇ ਨੇ ਅਸੀਸ ਦੇ ਕੇ ਭਾਈ ਮਰਦਾਨੇ ਨੂੰ ਵਾਪਸ ਭੇਜਣਾ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ। ਔਰ ਭਾਈ ਮਰਦਾਨਾ ਫਿਰ ਬਾਬ ਲੈ ਕੇ ਆਵੇਗਾ ਭਾਈ ਪਰਿੰਦੇ ਦੇ ਪਾਸੋਂ। ਔਰ ਕਿਵੇਂ ਫਿਰ ਮੇਰੇ ਦਾਤੇ ਨੇ ਉਸ ਰਬਾਬ ਦੇ ਜੜੀਏ ਦੁਨੀਆ ਦੇ ਲੋਕਾਂ ਨੂੰ ਤਾਰ ਦੇਣਾ, ਦੁਨੀਆ ਦੇ ਲੋਕਾਂ ਨੂੰ ਖੜਾਓ ਦੇ ਵਿੱਚ ਲੈ ਆਉਣਾ, ਵਿਗੜਿਆ ਲੋਕਾਂ ਨੂੰ ਸਾਧ ਬਣਾ ਦੇਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਇੱਕ ਜ਼ਰੂਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਕਰਨ ਵਾਸਤੇ ਆਇਆ ਜੀ। ਵੱਖ-ਵੱਖ ਨਗਰਾਂ ਦੇ ਵਿੱਚੋਂ ਆਪਾਂ ਆਉਂਦੇ ਹਾਂ, ਬੇਨਤੀਆਂ ਕਰਿਓ ਜੀ। 30 ਤਰੀਕ ਨੂੰ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਹਰ ਮੱਸਿਆ ਤੇ ਅੰਮ੍ਰਿਤ ਸੰਚਾਰ ਹੁੰਦਾ ਹੀ ਹੈ ਜੀ। ਇਸ ਵਾਰ ਕੁਝ ਵਿਸ਼ੇਸ਼ ਤੌਰ ਤੇ ਵੱਡੀ ਪੱਧਰ ਤੇ ਕਰਾ ਰਹੇ ਹਾਂ, ਕਿਉਂਕਿ ਲੋੜ ਹੈ ਅੱਜ ਟੁੱਟਿਆ ਹੋਇਆਂ ਨੂੰ ਗੁਰੂ ਦੇ ਨਾਲ ਜੋੜੀਏ ਜੀ। ਔਰ ਇਕੱਲੇ ਅਸੀਂ ਨਹੀਂ ਕਰ ਸਕਦੇ ਕੁਝ ਵੀ, ਕੋਈ ਰਾਗੀ ਢਾਡੀ ਕਵੀਸ਼ਰ, ਇਹ ਅਸੀਂ ਨਹੀਂ ਜੀ ਕਰ ਸਕਦੇ। ਇਹ ਤੇ ਸੰਗਤਾਂ ਸਾਥ ਦੇਣ, ਕਿਉਂਕਿ ਜੋ ਕਲਗੀਆਂ ਵਾਲੇ ਦਾਤੇ ਨੇ ਕਿਹਾ ਸੀ ਨਾ ਕਿ ਮੇਰਾ ਸਿੱਖ ਹੀ ਪ੍ਰਚਾਰਕ ਹੈ, ਜਿੱਥੇ ਜਿੱਥੇ ਜਾਵੇਗਾ ਉਹਦਾ ਆਚਰਨ, ਉਹਦਾ ਜੀਵਨ ਹੀ ਪ੍ਰਚਾਰਕ ਹੈ। ਅੱਜ ਡਿਊਟੀਆਂ ਸੰਭਾਲੀਏ ਜੀ। ਆਪਾਂ ਆਪ ਖੁਦ ਆਪਣੇ
ਘਰਾਂ, ਆਪਣੇ ਨਗਰਾਂ, ਆਪਣੇ ਆਲੇ ਦੁਆਲੇ ਨੂੰ ਸਾਂਭਣ ਦਾ ਯਤਨ ਕਰੀਏ। ਜਿਹੋ ਜੀ ਹਵਾ ਵਗਦੀ ਪਈ ਹੈ, ਬੜੀ ਬੁਰੀ ਹਵਾ ਵਗਦੀ ਪਈ ਹੈ ਜੀ, ਆਪ ਸੁਚੇਤ ਹੋਈਏ, ਫਿਰ ਗੁਰੂ ਰਹਿਮਤ ਕਰੇਗਾ, ਕਿਰਪਾ ਕਰੇਗਾ। ਇਹ ਬੇਨਤੀ ਹੈ ਕਿ 30 ਤਰੀਕ ਨੂੰ ਮੱਸਿਆ ਵਾਲੇ ਦਿਨ ਅੰਮ੍ਰਿਤ ਸੰਚਾਰ ਹੋ ਰਿਹਾ, ਖੰਡੇ ਤੇ ਬਾਟੇ ਦੀ ਪੌਲ ਤਿਆਰ ਹੋਵੇਗੀ। ਤੁਸੀਂ ਵੀ ਪ੍ਰਚਾਰ ਕਰਿਓ, ਇਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜੀਏ। ਖੰਡੇ ਤੇ ਬਾਟੇ ਦੀ ਪੌਲ ਛਕ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸਿੰਘਣੀਆਂ ਸੱਜਣ, ਉਹਨਾਂ ਦੇ ਬੱਚੇ ਅਖਵਾਈਏ। ਇਹ ਬੇਨਤੀ ਪ੍ਰਵਾਨ ਕਰਿਓ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ 2 ਘੜੀਆਂ ਸਿਮਰਨ ਦੇ ਨਾਲ ਤੇ ਫਿਰ ਸਮਾਪਤੀ। ਵਾਹਿਗੁਰੂ ਜੀ ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।